किसान मजदूर एकता व्यापारी जिंदाबाद जिंदाबाद जिंदाबाद। मजदूर एकता व्यापारी जिंदाबाद जिंदाबाद जिंदाबाद। मोदी तेरी धक्केशाही नहीं चलेगी नहीं चलेगी नहीं चलेगी। मोदी सरकार मुर्दाबाद मुर्दाबाद मुर्दाबाद। मोदी सरकार मुर्दाबाद मुर्दाबाद मुर्दाबाद। मोदी सरकार मुर्दाबाद मुर्दाबाद मुर्दाबाद। आयो मुर्दाबाद मुर्दाबाद मुर्दाबाद। किसान मजदूर जिंदाबाद जिंदाबाद जिंदाबाद। मेहनती कामे जिंदाबाद जिंदाबाद। लड़दे लोकां नूं नाल सलाम मोदी सरकार इस बाबत किसान मजदूर एकता जिंदाबाद मोदी सरकार जिंदाबाद। नवा प्रोग्राम चालू करके मोदी सरकार सानू किसानां नूं मारन जा रही आ। ਜਿਹੜੀ FCI ਹੈ 20% ਪੰਜਾਬ ਦੇ ਵਿੱਚੋਂ ਅਨਾਜ ਖਰੀਦਦੀ ਆ ਮੌਕੇ ਤੇ 80% ਬਾਅਦ ਚ ਲੈ ਕੇ ਜਾਂਦੀ ਸਾਡੇ ਕੋਲ ਬਾਕੀ ਬਚਿਆ ਆ। ਅੱਜ ਇਹ ਸਰਕਾਰ ਨੇ ਇੱਕ ਨਵਾਂ ਫਰਮਾਨ ਜਾਰੀ ਕਰਤਾ ਵੀ ਜਿਹੜੇ ਅਸੀਂ 12% ਨਵੀਂ ਤੇ ਚੱਕਾਂਗੇ ਫਸਲ ਨਾ ਚੱਕਣ ਦਾ ਬਹਾਨਾ ਤੇ ਬਾਕੀ ਮਾਲ ਜਿਹੜਾ ਉਹ ਅਸੀਂ ਜੇ ਖਰਾ ਉਹ ਚੱਕਾਂਗੇ ਨਹੀਂ ਚੱਕਾਂਗੇ। ਪਰ ਅਸੀਂ ਅੱਜ ਇਹ ਰੋਸ ਹੋ ਜਾਓ ਕਿ FCI ਦੇ ਦਫ਼ਤਰਾਂ ਦੇ ਇਹਨਾਂ ਨੇ ਬਾਹਰ ਘਰਾਓ ਕਰਨ ਜਾ ਕੀਤਾ ਮੋਦੀ ਦੇ ਅਡਾਨੀ ਦੇ ਅਬਾਨੀ ਦੇ ਜਿਹੜਾ ਅਮਿਤ ਸ਼ਾਹ ਕਹਿ ਰਿਹਾ ਸੀਗਾ ਵੀ ਕਿਸਾਨਾਂ ਨੇ ਬਾਹਰਲੇ ਸਟੇਟਾਂ ਦੇ ਵਿੱਚ ਕਿਸਾਨ ਨੂੰ ਬਦਨਾਮ ਕਰਦੇ ਪੰਜਾਬ ਦੇ ਕਿਸਾਨ ਨੂੰ ਵੀ ਪੰਜਾਬ ਦਾ ਕਿਸਾਨ ਤੁਸੀਂ ਆਪਣੇ ਮਜ਼ਦੂਰਾਂ ਨੂੰ ਨਾ ਭੇਜੋ ਆਪਣੇ ਭੈਣ ਭਰਾਵਾਂ ਨਾਲ ਭੇਜੋ ਤੁਹਾਡੇ ਉੱਥੇ ਬੱਚਿਆਂ ਨੂੰ ਨਸ਼ਈ ਕਰ ਰਹੇ ਨੇ। ਬਿਲਕੁਲ ਇਹ ਬੰਦਾ ਐਡਾ ਮਾੜਾ ਬੰਦਾ ਆ। ਅਸੀਂ ਦੱਸਣਾ ਚਾਹੁੰਦੇ ਆ ਓਏ ਅਸੀਂ ਅੰਮ੍ਰਿਤਧਾਰੀ ਲੋਕ ਆ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ। ਅਸੀਂ ਪੰਜਾਬ ਦੇ ਵਿੱਚ ਦਾ ਨਸ਼ਾ ਕਿਸੇ ਨੂੰ ਥੁੱਕਣ ਨਾ ਦਈਏ। ਤੂੰ ਮਜ਼ਦੂਰਾਂ ਦੀ ਗੱਲ ਕਰਦਾ ਆ ਇਸ ਕਰਕੇ ਅਸੀਂ ਉਹਨਾਂ ਨੂੰ ਭੈਣਾਂ ਭਰਾਵਾਂ ਤਰ੍ਹਾਂ ਵਰਤ ਰਹੇ ਆ ਤੇ ਮੋਦੀ ਸਰਕਾਰ ਨਵੇਂ ਫਰਮਾਨ ਜਾਰੀ ਕਰਦੇ ਰਹੇ। ਅਸੀਂ ਉਹਦੇ ਰੋਸ ਵਜੋਂ ਪੁਤਲਾ ਫੂਕਿਆ DC ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿ ਜੇ DC ਸਾਹਿਬ ਸਾਡੀ ਮੰਗਾਂ ਤੇ ਮੋਦੀ ਸਰਕਾਰ ਨੂੰ ਭੇਜ ਦਿਓ ਨਾ ਗੌਰ ਕੀਤੀ ਤੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਸੰਘਰਸ਼ ਜਾਰੀ ਰਹਿਣਗੇ। ਪੂਰਾ ਪੰਜਾਬ ਅੱਜ ਦੇਸ਼ ਪੂਰਾ ਕੰਗਾਲੀ ਦੇ ਮੂੰਹ ਧੱਕਿਆ ਜਾ ਰਿਹਾ ਆ। ਪੰਜਾਬ ਦਾ ਲੋਕ ਬਿਲਕੁਲ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਫਸਲਾਂ ਕੱਟ ਜਾਣੀਆਂ ਬਿਜਾਈਆਂ ਘਟ ਜਾਣੀਆਂ ਨੁਕਸਾਨ ਬੜਾ ਹੋਣ ਜਾ ਰਿਹਾ। ਇਸ ਲਈ ਤਕੜੇ ਹੋ ਕੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਕਿ ਦਿੱਲੀ ਵੱਲ ਨੂੰ ਕੂਚ ਕਰੀਏ। FCI ਨੂੰ ਕਿਸੇ ਵੀ ਕੀਮਤ ਵਿੱਚ ਇਹ ਫਰਮਾਨ ਜਾਰੀ ਇਹਨਾਂ ਦਾ ਲਾਗੂ ਨਹੀਂ ਹੋਣ ਦਿਆਂਗੇ। ਧੱਕੇ ਦੇ ਨਾਲ ਇਹਨਾਂ ਦੇ ਗਲ ਪਾਵਾਂਗੇ ਫਸਲਾਂ ਸਿੱਧੀ ਅਦਾਇਗੀ ਨਹੀਂ ਲਵਾਂਗੇ। ਕਿਸਾਨ ਤੇ ਆੜਤੀਆ 9 ਮਾਸ ਦਾ ਰਸਤਾ ਆ। ਗੁਰੂ ਬਿਨਾਂ ਗੱਤ ਨਹੀਂ ਤੇ ਚਾਹ ਬਿਨਾਂ ਪੱਤ ਨਹੀਂ। ਅਸੀਂ ਆੜਤੀਆਂ ਨੂੰ ਨਾ ਰੱਖਾਂਗੇ ਆਪਣੇ ਮਜ਼ਦੂਰ ਨੂੰ ਨਾ ਰੱਖਾਂਗੇ ਕਿਉਂਕਿ ਜੇ ਕਿਸਾਨ ਨਾ ਰਿਹਾ ਤੇ ਮਜ਼ਦੂਰ ਨਹੀਂ ਰਹਿਣਾ। ਮਜ਼ਦੂਰ ਨਾ ਰਿਹਾ ਤੇ ਦੁਕਾਨਦਾਰ ਨਹੀਂ ਰਹਿਣਾ ਵੱਡਾ ਵਪਾਰੀ ਨਹੀਂ ਰਹਿਣਾ। ਸਾਰੇ ਖਤਮ ਹੋ ਜਾਵਾਂਗੇ। ਤਕੜੇ ਹੋ ਕਹਿਣਾ ਚਾਹੁੰਦਾ ਕਿਸਾਨ ਦਾ ਸਾਥ ਦਈਏ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਹੋਊਗਾ ਤੇ ਤਾਂ ਹੀ ਪੂਰਾ ਦੇਸ਼ ਖੁਸ਼ਹਾਲ ਹੋਊਗਾ। ਇਸ ਲਈ ਤਕੜੇ ਹੋ ਕੇ ਪੂਰੇ ਦੇਸ਼ ਦੇ ਕਿਸਾਨ ਦੀ ਠੋਕ ਕੇ ਮਦਦ ਕਰੀਏ। ਮੋਦੀ ਸਰਕਾਰ ਨੂੰ ਦੱਸ ਦਈਏ ਵੀ ਜਿਹੜਾ ਕਿਸਾਨ ਲੜਾਈ ਲੜ ਰਿਹਾ ਉਹ ਆਪਣੇ ਹੱਕਾਂ ਹੀ ਲੜ ਰਿਹਾ ਕੋਈ ਸਾਡੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ। ਇਸ ਲਈ ਅਸੀਂ ਮੋਦੀ ਸਾਹਿਬ ਪੁਤਲਾ ਫੂਕ ਕੇ ਹੁਣ ਮੰਗ ਪੱਤਰ ਲੈਣ ਜਾ ਰਹੇ ਹਾਂ। ਆਇਓ ਭਾਈ ਦੇਵਾਂਗੇ 1 ਰੁਪਈਆ ਨਹੀਂ ਲਵਾਂਗੇ। ਅਸੀਂ ਆਪਣੀ ਟੀਮ ਜਿੱਥੇ ਵੀ ਜਿਹੜੇ ਜ਼ਿਲ੍ਹੇ 'ਚ ਵੀ ਜਾਣ ਤੇ ਸਾਨੂੰ ਕਹੋਗੇ ਅਸੀਂ ਜਾਵਾਂਗੇ ਕਿਉਂਕਿ ਅਸੀਂ ਖੁਸ਼ਕਿਸਮਤ ਹਾਂ। ਅਸੀਂ ਖੁਸ਼ਕਿਸਮਤ ਹਾਂ ਕਿ ਜੇ ਅਸੀਂ ਖੁਸ਼ਕਿਸਮਤ ਹੋਵਾਂਗੇ ਜੇ ਅਸੀਂ ਇਸ ਮੋਰਚੇ ਵਿੱਚ ਕਿਸੇ ਵੀ ਕੰਮ ਆ ਸਕੇ। ਬਾਕੀ ਰਹੀ ਗੱਲ ਅਸੀਂ ਕਾਨੂੰਨ ਦੀ ਵੀ ਲੜਾਈ ਲੜਾਂਗੇ। ਦੂਜੀ ਰਹੀ ਗੱਲ ਭੱਜਣ ਦੀ ਲੜਾਈ ਭੱਜਦੇ ਵੀ ਨਹੀਂ। ਜੇ ਖੜਾ ਵੀ ਖੜਨਾ ਪਿਆ ਖੜਾਂਗੇ ਵੀ ਅੜਨਾ ਪਿਆ ਅੜਾਂਗੇ ਵੀ ਜੇ ਮਰਨਾ ਪਿਆ ਤੇ ਮਰਾਂਗੇ ਵੀ ਕਿਉਂਕਿ ਇਹ ਜਿਹੜੀ ਦੇਸੀ ਜਿਹੜੀ ਪ੍ਰਾਪਤ ਕਰ ਲਈ ਨਾ ਇਹ ਅਸੀਂ ਖੁਸ਼ਕਿਸਮਤ ਹੋਵਾਂਗੇ ਕਿਉਂਕਿ ਜ਼ਿੰਦਗੀ ਜਿਹੜੀ ਬਾਰ-ਬਾਰ ਨਹੀਂ ਆਉਂਦੀ ਇੱਕ ਵਾਰ ਮਿਲਦੀ ਆ। ਇਸ ਕਰਕੇ ਅਸੀਂ ਜਿਹੜਾ ਸੰਘਰਸ਼ ਨੂੰ ਅਸੀਂ ਹੁਣ ਫਿਰ ਅੱਗੇ ਅਸੀਂ 9 ਤਰੀਕ ਨੂੰ ਫਿਰ ਅਸੀਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਉਹਨਾਂ ਨੇ ਜਿਹੜਾ ਕਿਹਾ ਕਿ ਉਹ RMP ਜਿਹੜਾ ਬੈਨ ਕਰਨਾ ਉੱਥੇ ਅਸੀਂ ਜਾਮ ਕਰਾਂਗੇ ਜਾਵਾਂਗੇ ਉੱਥੇ ਆਪਣੀ ਟੀਮ ਲੈ ਕੇ ਜਿੱਥੇ ਵੀ ਲੋੜ ਪਈ ਅਸੀਂ ਕੰਮਕਾਰ ਛੱਡ ਦਾਂਗੇ। ਸਾਨੂੰ ਕੋਈ ਫਰਕ ਨਹੀਂ ਪੈਂਦਾ। ਜੇ ਸਾਡਾ ਕਿਸਾਨ ਜਿੰਦਾ ਆ ਜੇ ਸਾਡਾ ਕਿਸਾਨ ਕਾਮਯਾਬ ਆ ਸਾਡਾ ਜੇ ਕਿਸਾਨ ਖੁਸ਼ਹਾਲ ਆ ਜੇ ਸਾਡੀ ਜ਼ਮੀਨ ਸਾਡੇ ਕੋਲ ਆ ਤੇ ਕਾਰੋਬਾਰ ਬੜੇ ਆਉਣਗੇ। ਜੇ ਕਿਸਾਨ ਹੀ ਨਾ ਰਿਹਾ ਖੇਤੀ ਨਾ ਰਹੀ ਤੇ ਸਾਡੇ ਪੱਲੇ ਕੀ ਰਹਿ ਗਿਆ। ਮੈਂ ਕਹਿੰਦਾ ਸਾਨੂੰ ਜਿਹੜਾ ਆ ਇਹ ਰੋਣਾ ਆਉਂਦਾ ਜਦੋਂ ਵੇਖਦੇ ਆ ਉੱਥੇ ਹੰਝੂ ਆ ਜਾਂਦੇ ਬਦੋਵਾਰੀ ਸੋਸ਼ਲ ਮੀਡੀਆ ਜਦੋਂ ਆਪਾਂ ਵੇਖਦੇ ਆ ਕਿੱਦਾਂ ਉੱਥੇ ਬੱਚੇ ਉੱਥੇ ਕਿੱਦਾਂ ਕਰਦੇ ਪਏ ਕਿੱਦਾਂ ਸਾਡੇ ਨਾਲ ਹੋ ਰਿਹਾ ਤੇ ਇਹਨੂੰ ਜਿਹੜਾ ਨਰਿੰਦਰ ਮੋਦੀ ਨੂੰ ਸ਼ਰਮ ਨਹੀਂ ਆ ਰਹੀ। ਦੂਸਰੀ ਜਿਹੜੀ ਮੈਂ ਗੱਲ ਇੱਕ ਮੈਂ ਸ਼ਰਿਆਮ ਮੈਂ ਕਹਿਣਾ BJP ਵਾਲਿਆਂ ਨੂੰ ਮੈਂ ਕਹਿ ਦੇਣਾ ਚਾਹੁੰਦਾ ਕਿ ਇਹ ਲੁੱਕ ਛਿਪ ਕੇ ਜਿਹੜਾ ਬਾਹਰ ਕਰਦੇ ਨੇ ਰਕੇਟ ਕੈਚੀ ਦੇ ਉੱਤੇ ਹਮਲਾ ਕੀਤਾ ਰਾਜਸਥਾਨ ਇਹ ਦੁਬਾਰਾ ਭੁਲੇਖੇ 'ਚ ਕਿਤੇ ਪੰਜਾਬ 'ਚ ਨਾ ਕੋਈ ਪੰਗਾ ਲੈ ਲਿਓ। ਜਿਹੜਾ ਉਦਣ ਵੀ ਅਸੀਂ ਜਿਹੜਾ ਜੋ ਕੁਝ ਵੀ ਉਦਣ ਹੋਇਆ
ਇਸ ਮੋਰਚੇ ਨੂੰ ਢਾਹ ਲਾਉਣ ਲਈ ਸ਼ੁਰੂ ਤੋਂ ਹੀ ਮੁੱਠੀ ਭਰ ਲੋਕ ਟੁਕੜੇ ਟੁਕੜੇ ਗੈਂਗ ਖਾਲਿਸਤਾਨੀ ਅੱਤਵਾਦੀ ਪਾਕਿਸਤਾਨੀ ਚੀਨ ਤੋਂ ਮਦਦ ਆਉਂਦੀ ਆ ਬਹੁਤ ਸਾਰੇ ਨਾਮ ਦਿੱਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਲਗਾਤਾਰ ਇਸ ਤਰੀਕੇ ਨਾਲ ਕਰਦੇ ਰਹੇ। ਇਹ ਇਕੱਲੇ ਪੰਜਾਬ ਦੇ ਲੋਕ ਆ, ਜਦੋਂ ਹਰਿਆਣਾ ਆ ਗਿਆ ਇਹਦਾ ਪੰਜਾਬ ਤੇ ਹਰਿਆਣਾ ਦੇ ਆ, ਹੌਲੀ ਹੌਲੀ ਸਾਰਾ ਦੇਸ਼ ਇਹਦੀ ਚਪੇਟ ਦੇ ਵਿੱਚ ਆ ਗਿਆ। ਬਹੁਤ ਹੱਥਕੰਡੇ ਵਰਤੇ, ਕਦੀ ਕਰੋਨਾ ਦਾ ਡਰਾਵਾ ਦਿੱਤਾ, ਕਦੀ ਕੋਈ ਡਰਾਵਾ ਦਿੱਤਾ। ਹੁਣ ਸਾਥੀ ਗੱਲ ਕਰਕੇ ਗਿਆ ਕਿਉਂਕਿ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਵੀ ਰਿਪੀਟ ਨਾ ਕੋਈ ਗੱਲ ਹੋਵੇ, ਪਰ ਆਪਣੀ ਗੱਲ ਕਰਨੇ ਲਈ, ਨਵੀਂ ਗੱਲ ਕਰਨੇ ਲਈ ਵੀ ਕੁਝ ਗੱਲਾਂ ਰਿਪੀਟ ਕਰਨੀਆਂ ਪੈਂਦੀਆਂ। ਸਾਥੀ ਜੀ ਨੇ ਨੈਕਸਲਾਈਟ ਹਮਲੇ ਦੀ ਗੱਲ ਕੀਤੀ, 22 ਜਵਾਨ ਸ਼ਹੀਦ ਹੋਏ ਆ, ਮਲੋਟ ਕਾਂਡ ਦੀ ਗੱਲ ਕੀਤੀ। ਅਸੀਂ ਇਹਨੂੰ ਇੱਕ ਦੂਜੇ ਨਾਲ ਜੋੜ ਕੇ ਦੇਖੀਏ। ਇਹ ਜਿਹੜਾ ਕਹਿੰਦੇ ਆ ਨੈਕਸਲਾਈਟਾਂ ਦੇ ਹਮਲੇ 'ਚ 22 ਜਵਾਨ ਸ਼ਹੀਦ ਹੋਏ ਆ, ਸ਼ਹੀਦਾਂ ਨੂੰ ਸਾਡਾ ਸਲਾਮ ਆ, ਪਰ ਇਹਦੀ ਜਾਂਚ ਹੋਣੀ ਚਾਹੀਦੀ ਆ। ਇਹ ਸਾਡੇ ਕਿਹੜੇ ਹਿੰਦੁਸਤਾਨੀ ਆ ਜਿਹੜੇ ਕੁਦਰਤੀ ਖਣਿਜ ਪਦਾਰਥਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ? ਉਹ ਭਾਈ ਉਹ ਜਿਹਨਾਂ ਦਾ ਤੁਸੀਂ ਨਾਂ ਲੈਂਦੇ ਹੋ ਉਹ ਤਾਂ ਹੈ ਨਹੀਂ ਗੇ, ਉਹਦਾ ਪੂੰਜੀਪਤੀਆਂ ਨੇ ਕਬਜ਼ਾ ਕਰਨਾ ਆ। ਫਿਰ ਅਸੀਂ ਤੁਸੀਂ ਕਿੱਦਾਂ ਉਸ ਮਾਂ ਦਾ ਬਣਿਆ ਕੀ ਆਂਦਰਾਂ ਦੀ ਅੱਗ ਜਿਹੜੀ ਗਈ ਕਸਤੂਰੀਆਂ ਖਿੰਡਾ ਗਈ ਕਸਤੂਰੀਆਂ ਖਿੰਡਾ। ਅਸੀਂ 6 ਵਜੇ ਤੱਕ ਨਾ ਹਾਂ ਪਿੰਡ ਦੇ ਕਸਾਈ ਖਾਨੇ ਕੋਲੋਂ ਜਦੋਂ ਲੰਗੀ ਸੀ ਤੂੰ, ਕਿੰਨਾ ਸੁਖ ਕਿੰਨਾ ਕੁਸੀ ਜ਼ੁਲਮਾਂ ਦਾ ਤਾਂ। ਦੱਸ ਮੇਰੇ ਵੀਰ ਨੇ ਤੋਂ ਕਿਹੜੀ ਗੱਲ ਪੁੱਛਦੇ ਸੀ, ਸੱਥ ਵਿੱਚ ਪੁੱਠਾ ਲਟਕਾ। ਜ਼ੁਲਮਾਂ ਦੇ ਹੌਸਲੇ 'ਚ ਪਿੰਡ ਦੀਆਂ ਚੌਧਰੀਆਂ ਖਾਦਾ ਹੋਣਾ ਰੱਜ ਕੇ ਕੜਾ। ਉਸ ਮਾਂ ਦਾ ਬਣਿਆ ਕਿ ਆਂਦਰਾਂ ਦੀ ਅੱਗ ਜਿਹੜੀ ਗਈ ਕਸਤੂਰੀਆਂ ਖਿੰਡਾ ਗਈ ਕਸਤੂਰੀਆਂ ਖਿੰਡਾ। ਸੁਣੀਦਾ ਏ ਕਾਗਜ਼ਾਂ ਦੇ ਸ਼ੇਰ ਉਹਨੂੰ ਕਹਿੰਦੇ ਸਨ, ਕਿਰਨਾਂ ਦਾ ਕਾਫਲਾ ਫੜਾ। ਉਹਦੇ ਬੋਲਾਂ ਵਿੱਚੋਂ ਜੋ ਸੁਗੰਧੀਆਂ ਤੂੰ ਚੂਸੀਆਂ ਨੇ, ਹਾੜੇ ਮੇਰੇ ਬੋਲਾਂ ਨੂੰ ਛੁਆ। ਨੂੜੇ ਹੋਏ ਨੰਗਾ ਅੰਗਾਂ ਨੇ ਨੀ ਤਿੱਖੀਆਂ ਸੰਗੀਨਾਂ ਮੂਰੇ ਕੀਤਾ ਸੀ ਮੁਕਾਬਲਾ ਕਿ ਨਾ। ਉਸ ਮਾਂ ਦਾ ਬਣਿਆ ਕਿ ਆਂਦਰਾਂ ਦੀ ਅੱਗ ਜਿਹੜੀ ਗਈ ਕਸਤੂਰੀਆਂ ਖਿੰਡਾ। ਮਾਰੇ ਗਏ ਮਿੱਤਰਾਂ ਦੀ ਪਿੰਡ ਦੀ ਵਾਏ ਕੋਈ ਸੁਖ ਦਾ ਸੁਨੇਹੜਾ ਲਿਆ। ਉਸ ਮਾਂ ਦਾ ਬਣਿਆ ਕਿ ਆਂਦਰਾਂ ਦੀ ਅੱਗ ਜਿਹਦੀ ਗਈ ਕਸਤੂਰੀਆਂ ਖਿੰਡਾ। ਧੰਨਵਾਦ ਸਾਥੀਓ। ਬਹੁਤ ਧੰਨਵਾਦ ਜੀ। ਅਗਲੇ ਬੁਲਾਰੇ ਬਲਿਹਾਰ ਸਿੰਘ ਜੀ ਬੀਕੇ ਜੀ ਤੋਂ ਉਹਨਾਂ ਹੈਗੇ ਨੇ, ਇਹ 2-4 ਮਹੀਨੇ ਹੋਰ ਰੁਕਣਗੇ ਤੇ ਜਦੋਂ ਅਸੀਂ ਕੁਝ ਵੀ ਨਾ ਕੀਤਾ ਤਾਂ ਇਹ ਇੱਥੋਂ ਭੱਜ ਲੈਣਗੇ, ਚਲੇ ਜਾਣਗੇ। ਪਰ ਕਿਸਾਨ ਨੂੰ ਪਤਾ ਹੈ ਕਿ ਜੇ ਅਸੀਂ ਹੁਣ ਚੁੱਕ ਗਏ, ਹੁਣੇ ਮੌਕਾ ਗਵਾ ਲਿਆ ਤਾਂ ਅਸੀਂ ਕਦੇ ਵੀ ਉੱਠ ਨਹੀਂ ਸਕਾਂਗੇ। ਤੇ ਇੱਕ ਮੈਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਜਿਹੜੇ ਕਿਸਾਨ ਵੀਰ ਹੈਗੇ ਆ ਜਾਂ ਕਿਸਾਨਾਂ ਦੇ ਧੀਆਂ ਪੁੱਤ ਹੈਗੇ ਆ ਜੋ ਸ਼ਹਿਰਾਂ 'ਚ ਬੈਠੇ ਆ, ਚਾਹੇ ਅਸੀਂ ਪਿੰਡਾਂ 'ਚ ਬੈਠੇ ਆ, ਅਸੀਂ ਤਾਂ ਮੁੱਖ ਹਮਾ ਕੇ ਇਸ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਹਾਂ। ਲੇਕਿਨ ਜਿਹੜਾ ਸ਼ਹਿਰੀ ਤਬਕਾ ਹੈ ਉਹਦੇ ਵਿੱਚੋਂ ਅਜੇ ਬਹੁਤ
ਗਿਣਤੀ ਸਾਡੇ ਨਾਲ ਸ਼ਾਮਲ ਹੋ ਰਹੀ ਹੈ। ਮੈਂ ਤੇ ਮੇਰੇ ਨਾਲ ਪਰਮਵੀਰ ਅਸੀਂ ਦੋਨੋਂ ਹਰ ਰੋਜ਼ ਸਕੂਟਰੀ ਤੇ ਸ਼ਹਿਰ ਦੇ ਵਿੱਚ ਨਿਕਲਦੀਆਂ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਦੀਆਂ ਕਿ ਜੋ ਕੁਝ ਹੋਣ ਜਾ ਰਿਹਾ ਉਹਦੇ ਵਿੱਚ ਸਿਰਫ ਕਿਸਾਨ ਹੀ ਨਹੀਂ ਮਰੇਗਾ, ਮਜ਼ਦੂਰ ਵੀ ਮਰੇਗਾ, ਵਪਾਰੀ ਵੀ ਮਰੇਗਾ, ਬਲਕਿ ਹਰ ਇੱਕ ਬਸ਼ਿੰਦਾ ਜੋ ਇੰਡੀਆ ਦੇ ਵਿੱਚ ਰਹਿੰਦਾ ਹੈ। ਅਸੈਂਸ਼ੀਅਲ ਕਮੋਡਿਟੀਜ਼ ਦਾ ਕਾਨੂੰਨ ਜਿਹੜਾ ਹੈ ਉਹ ਹਰੇਕ ਤੇ ਭਾਰੂ ਪੈਣ ਵਾਲਾ, ਹਰੇਕ ਦੀ ਜਿਹੜੀ ਹੋਂਦ ਆ ਖਤਰੇ 'ਚ ਆਏਗੀ। ਅਸੀਂ ਭੁੱਖਮਰੀ ਦਾ ਸ਼ਿਕਾਰ ਹੋਣ ਵਾਲੇ ਹਾਂ, ਲੇਕਿਨ ਉਹਨਾਂ ਲੋਕਾਂ ਨੂੰ ਅਜੇ ਤੱਕ ਇਸ ਚੀਜ਼ ਦੀ ਸਮਝ ਨਹੀਂ ਪੈ ਰਹੀ। ਪਤਾ ਨਹੀਂ ਕਿਉਂ, ਸ਼ਾਇਦ ਗੁਰਬਾਣੀ ਸੱਚ ਕਹਿੰਦੀ ਹੈ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ। ਸਾਡੇ ਉੱਤੇ ਸੱਟ ਪਈ ਹੈ, ਸਾਡੇ ਕਪਾਲ 'ਚ ਪੈ ਚੁੱਕੀ ਹੈ, ਸਾਡੀ ਹੋਂਦ ਨੂੰ ਖਤਰਾ ਹੋ ਗਿਆ ਹੈ, ਅਸੀਂ ਇਹ ਮਹਿਸੂਸ ਕਰ ਲਿਆ ਹੈ ਤੇ ਅਸੀਂ ਨਿਕਲ ਪਏ ਹਾਂ। ਹੋ ਸਕਦਾ ਹੈ ਕਿ ਇਹਨਾਂ ਵਪਾਰੀ ਵੀਰਾਂ ਨੂੰ ਜਦੋਂ ਇਹਨਾਂ ਦੇ ਕਪਾਲ 'ਚ ਵੱਜੇਗੀ ਉਦੋਂ ਵੀ ਸੁਰਤ ਆਏਗੀ, ਲੇਕਿਨ ਫਿਰ ਵੀ ਮੈਂ ਪ੍ਰਮਾਤਮਾ ਅੱਗੇ ਦੁਆ ਕਰਦੀ ਹਾਂ ਕਿ ਅਜਿਹਾ ਮੌਕਾ ਨਾ ਆਵੇ, ਕਿਉਂਕਿ ਜੇ ਉਹ ਮਰਦੇ ਨੇ ਤਾਂ ਉਸ ਤੋਂ ਪਹਿਲਾਂ ਅਸੀਂ ਮਰਦੇ ਹਾਂ। FCI ਵਰਗੀਆਂ ਸੰਸਥਾਵਾਂ ਦੇ ਉੱਤੇ ਕੁਠਾਰਘਾਤ ਕਰਨ ਜਾ ਰਹੀ ਹੈ ਜਿਹੜੀ ਸਰਕਾਰ, ਉਸ ਨੇ ਸਾਡੇ ਹਰੇਕ ਰਾਹ ਨੂੰ ਬੰਦ ਕਰਨ ਦਾ ਜਿਵੇਂ ਉਹਨੇ ਤਹਈਆ ਕਰ ਲਿਆ, ਸਹੁੰ ਖਾ ਲਈ ਹੈ ਕਿ ਕਿਸਾਨਾਂ ਨੂੰ ਕਿਸੇ ਪਾਸੇ ਜੋਗੇ ਛੱਡਣਾ ਹੀ ਨਹੀਂ। ਪਰ ਵੀਰੋ, ਜੋ ਤੁਹਾਡਾ ਹੌਸਲਾ ਹੈ, ਜੋ ਤੁਹਾਡਾ ਸਬਰ ਹੈ, ਸਬਰ ਤੇ ਸਿਦਕ ਦੇ ਨਾਲ ਤੁਸੀਂ ਬਹੁਤ ਜੰਗਾਂ ਜਿੱਤੀਆਂ ਨੇ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਮੋਰਚਾ ਵੀ ਤੁਸੀਂ ਲਾਜ਼ਮੀ ਜਿੱਤੋਗੇ। ਕਾਰਨ ਇਹ ਹੈ ਕਿ ਇਹ ਮੋਰਚਾ ਹੁਣ ਸਾਡੇ ਆਪਣੇ ਹੱਥਾਂ 'ਚ ਨਹੀਂ ਰਿਹਾ, ਇਹਨੂੰ ਕੋਈ ਕਰਤਾਰੀ ਸ਼ਕਤੀ ਚਲਾ ਰਹੀ ਹੈ, ਕਰਤਾਰੀ ਸ਼ਕਤੀ ਚਲਾ ਰਹੀ ਹੈ। ਔਰ ਅਸੀਂ ਦੇਖਦੇ ਹਾਂ ਕਿ ਇਸ ਮੋਰਚੇ ਦੇ ਵਿੱਚ ਦਿੱਲੀ ਦੇ ਬਾਰਡਰਾਂ ਦੇ ਉੱਤੇ ਜਦੋਂ ਅਸੀਂ ਇੱਕ ਮਹੀਨਾ ਉੱਥੇ ਵਿਚਰ ਕੇ ਦੇਖਿਆ ਤਾਂ ਸਾਨੂੰ ਇਹ ਸਪਸ਼ਟ ਨਜ਼ਰ ਆਇਆ ਕਿ ਉੱਥੇ 5 ਪਿਆਰੇ ਵਿਚਰ ਰਹੇ ਨੇ। 5 ਪਿਆਰੇ ਕਿਵੇਂ ਵਿਚਰ ਰਹੇ ਨੇ? ਧਰਮ ਦੇ ਨਾਂ ਤੇ ਧਰਮ ਚੱਲ ਰਿਹਾ ਹੈ, ਮੋਹ ਦੇ ਨਾਂ ਤੇ, ਮੁਹਕਮ ਸਿੰਘ ਦੇ ਨਾਂ ਤੇ ਮੋਹ ਘੱਟ ਕਰਕੇ ਸਾਡੇ ਵੀਰ ਭੈਣਾਂ ਉੱਥੇ ਬੈਠੇ ਹੋਏ ਨੇ। ਹਿੰਮਤ ਸਿੰਘ ਦੇ ਨਾਂ ਤੇ ਹਿੰਮਤ ਸਾਡੇ ਹਰ ਇੱਕ ਬਸ਼ਿੰਦੇ ਦੇ ਵਿੱਚ ਦਿਸਦੀ ਹੈ। ਸੰਗਤ ਸਾਨੂੰ ਹਰ ਥਾਂ ਤੇ ਮਿਲਦੀ ਹੈ। ਸੋ ਹਰ ਇੱਕ ਤਰ੍ਹਾਂ ਦੇ ਨਾਲ 5 ਪਿਆਰਿਆਂ ਦਾ ਜਿਹੜਾ ਸੁਮੇਲ ਹੈ ਉਸ ਮੋਰਚੇ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ ਤੇ ਜਿੱਥੇ 5 ਪਿਆਰਿਆਂ ਦਾ ਵਾਸ ਹੋਵੇ ਉੱਥੇ ਕਦੇ ਹਾਰ ਹੋ ਨਹੀਂ ਸਕਦੀ। ਇਹ ਸਾਡਾ ਦ੍ਰਿੜ ਨਿਸ਼ਚਾ ਹੈ, ਇਹ ਸਾਡੀ ਸੋਚ ਹੈ। ਸੋ ਗੁਰੂ ਗੋਬਿੰਦ ਸਿੰਘ ਜੀ ਦੇ 5 ਪਿਆਰਿਆਂ ਨੇ ਸਾਡੇ ਮੋਰਚੇ ਨੂੰ ਸੰਭਿਆ ਹੋਇਆ ਹੈ। ਸਾਡੇ ਜਨ ਅੰਦੋਲਨ ਨੇ ਪੂਰੇ ਦੇਸ਼ ਦੇ ਵਿੱਚ ਆਪਣੀ ਧਾਕ ਜਮਾ ਦਿੱਤੀ, ਬਲਕਿ ਵਿਦੇਸ਼ਾਂ ਦੇ ਵਿੱਚ ਵੀ ਲੋਕ ਸਾਡੇ ਵੱਲ ਦੇਖ ਰਹੇ ਨੇ ਕਿ ਕਿਸਾਨ ਮੋਰਚਾ ਜਿਹੜਾ ਭਾਰਤ ਦੇ ਵਿੱਚ ਚੱਲ ਰਿਹਾ ਹੈ, ਉਸ ਕਿਸਾਨ ਮੋਰਚੇ ਦਾ ਰਿਜ਼ਲਟ ਕੀ ਹੋਏਗਾ, ਕਿਉਂਕਿ ਉੱਥੋਂ ਦੇ ਕਿਸਾਨ ਵੀ ਬਹੁਤ ਦੁਖੀ ਨੇ। ਜੇ ਅਸੀਂ ਇਹ ਮੋਰਚਾ ਜਿੱਤ ਜਾਂਦੇ ਹਾਂ ਤਾਂ ਅਸੀਂ ਉਹਨਾਂ ਨੂੰ ਰਾਹ ਦਿਖਾਵਾਂਗੇ ਕਿ ਸ਼ਾਂਤਮਈ ਤਰੀਕੇ ਨਾਲ ਕਿਸ ਤਰ੍ਹਾਂ ਅਸੀਂ ਮੋਰਚੇ ਜਿੱਤ ਸਕਦੇ ਹਾਂ। ਸੋ ਮੇਰੀ ਸਾਰੇ ਵੀਰਾਂ ਭੈਣਾਂ ਨੂੰ ਅਪੀਲ ਹੈ ਕਿ ਬੇਸ਼ੱਕ ਸਰਕਾਰਾਂ ਵੱਲੋਂ ਸਾਡੇ ਤੇ ਤੋਹਮਤਾਂ ਲਾਈਆਂ ਜਾਂਦੀਆਂ ਨੇ, ਬੇਸ਼ੱਕ ਸਰਕਾਰਾਂ ਵੱਲੋਂ ਹੱਥ ਕੰਡੇ ਅਪਣਾਏ ਜਾਂਦੇ ਨੇ ਕਿ ਸਾਨੂੰ ਉਕਸਾਇਆ ਜਾਵੇ, ਭੜਕਾਇਆ ਜਾਵੇ, ਅਸੀਂ ਹਿੰਸਾ ਦੇ ਰਾਹ ਤੇ ਤੁਰੀਏ, ਲੇਕਿਨ ਵੀਰੋ ਸਬਰ, ਸਿਦਕ ਤੇ ਅਹਿੰਸਾ, ਸ਼ਾਂਤਮਈ ਤਰੀਕਾ ਸਾਡੇ ਅੰਦੋਲਨ ਨੂੰ ਜਿੱਤਣ ਦਾ ਇੱਕੋ ਇੱਕ ਰਾਹ ਹੈ। ਇਸ ਲਈ ਮੇਰੀ ਹੱਥ ਬੰਨ ਕੇ ਸਾਰਿਆਂ ਅੱਗੇ ਬੇਨਤੀ ਹੈ ਕਿ ਅਸੀਂ ਭੜਕਾਹਟ ਵਿੱਚ ਨਾ ਆਉਂਦੇ ਹੋਏ ਆਪਣੇ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ ਇਸੇ ਤਰ੍ਹਾਂ ਸ਼ਾਂਤਮਈ ਰਹਿ ਕੇ ਇਸ ਅੰਦੋਲਨ ਨੂੰ ਲੜੀਏ ਤੇ ਇਹ ਸਰਕਾਰ ਦੀ, ਕਿਉਂਕਿ ਸਾਡੇ ਸਾਰੇ ਸਾਥੀ ਨੇ ਆਪਣੀ ਆਪਣੀ ਗੱਲ ਕਹੀ ਹੈ ਕਿ ਜਿਹੜੀ ਮੌਕੇ ਦੀ ਹਾਕਮ ਸਰਕਾਰ, ਚਾਹੇ ਕੇਂਦਰ ਦੀ ਚਾਹੇ ਪੰਜਾਬ ਦੀ, ਉਹ ਸਿਰਫ ਡਰਾਮੇਬਾਜ਼ੀ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਰਹੀ। ਕਿਉਂਕਿ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਤਾਂ ਜਾਣ ਕੇ ਮਚਲੇ ਹੋਏ ਆ ਵੀ ਇਹ ਜਿਹੜਾ ਲੋਕ ਸੰਘਰਸ਼ ਕਰ ਰਹੇ ਆ ਵੀ ਇਹਨਾਂ ਦਾ ਅਸੀਂ ਹਾਲ ਚਾਲ ਪੁੱਛ ਲਈਏ, ਪਰ ਉਹ ਤਾਂ ਬਿਲਕੁਲ ਹੀ ਡਰਾਮੇਬਾਜ਼ੀ ਤੇ ਉਤਰੇ ਹੋਏ ਆ। ਉਹਨਾਂ ਨੂੰ ਰਤਾ ਵੀ ਸ਼ਰਮ ਨਹੀਂ ਹੈ ਵੀ ਆਪਾਂ ਕੀ ਕਰ ਰਹੇ ਆ। ਇਹ ਸਾਡੇ ਦੇਸ਼ ਦੇ ਲੋਕ ਆ, ਸਾਡੇ ਭਾਰਤ ਦੇ ਲੋਕ, ਭਾਰਤ ਦੇ ਵਸਨੀਕ ਆ, ਭਾਰਤ ਦੇ ਜੰਪਲ ਆ, ਪਰ ਇਹ ਲੋਕ ਸਾਨੂੰ ਇਦਾਂ ਸਮਝ ਜਿੱਦਾਂ ਅਸੀਂ ਕਿਤੇ ਅਫਗਾਨਿਸਤਾਨ ਨੂੰ ਆਏ ਹੋਏ ਆ। ਕਿਉਂਕਿ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਲੋਕਾਂ ਵੱਲੋਂ, ਲੋਕਾਂ ਲਈ, ਲੋਕਾਂ ਦੀ ਸਰਕਾਰ ਹੁੰਦੀ ਹੈ,
पर साढ़े सारे साथियों ने दसिया कि जे लोगों ने गलती करी तो अज भुगत भी लोग ही रहे हैं। ये पूंजीपतियों की सरकार और आने वाले समय च देश में बेचन दियां जो इन्होंने गल्लां चल रही ਉਹਦਾ ਮੁੱਢ ਇਹਨਾਂ ਨੇ तो बंधिया होया। अज की छोटी जी गल देखो, मैं प्राइवेटाइजेशन की गल करदा, जिहड़े साडे सरकारी अदारे लोगों के अदारे जिन्होंने बेच के ये प्राइवेटाइजेशन करना चाहते। छोटी जी गल है कि आप रेलवे प्लेटफार्म से जाते सी उहदे 5 रुपए टिकट मिलती होंदी सी प्लेटफार्म की, अज वही 50 रुपए की आ। ये छोटी जी गल है कि जे ऐदा होई तो आने वाले तुम समय देखोगे भी जिदा भाई साहब ने तेल की गल की 80 रुपए की बोतल सी 100 रुपए हम 200 की मिलती है। ये तुहानू छोटी छोटी गल्लां जड़ियां आ दस रहा कि इदू भी माड़ा हाशर साडा होवेगा तो ही होगा जे ये लोग इस तरह साडे ते थोपदे रहे तो असीं इन्हां दी गल्लां मंनदे रहे। क्योंकि जे किसान मजदूर एकता दे नाल असीं अज दिल्ली दे विच बैठे आ, तिन्ने बार्डरां दे बैठे आ, वो क्यों बैठे आ? क्योंकि असीं देश नूं बचाउणा आ, असीं किसानी बचाउणी आ, असीं अपने देश नूं बचाउणा आ। जे ये सरकारां साडे ते इस तरह हावी रहियां ते आउण वाला सਮਾं बड़ा माड़ा आवेगा। सो मैं बेनती करांगा भी जिहड़े साडे साथी अपने घरां 'च बैठे आ, ये सोचे कोई नहीं यार वो चला गया आपां रहण दिंदे आ, पर ये गलत सोचा तुहाडी। आपां इकट्ठे होकर हमला मारांगे ते जिੱਤ होवेगी। अकाल लोहे की लठ हुंदी है। सो इसे करके मैं बेनती करां जिहड़े लोग आसे पासे भी तुरे फिरदे आ कि चलो कोई नहीं बैठे लोग, मैं कहता ये गलत गल है। जे तुसीं इत्थे आए आ ते इत्थे बैठो आण के इत्थे अपने विचार साझे करो और सरकार दे कन्नां तक तां ही गल जावेगी। वो तांजो थोड़े नखरे करदे आ भी थोड़े तो बंदे आ, पूरे चजले जिहड़ी गल है भी थोड़े जे बंदे कोई नहीं भी चल जाणगे। सो मेरी बेनती है भी आप इस गल का एहसास ना होने दईए। असीं वकील भाईचारा जिन्ने भी जोगे हैगे असीं उत्थे जिहड़ी साडी संस्था बनी आ असीं वध तो वध सहयोग दे रहे हैं ते अगे भी देवांगे। असीं तनो मनो धनो सहयोग देवांगे। ऐडी भी कोई गल नहीं भी शायद हो सकदा इत्थे बोल के चल जाना, नहीं। असीं हर तरह का जिद्दां साडे काओ साहब दस्सिया कि जिहड़े वकील इकट्ठे हो गए तुहाडे जिन्ने मुकदमे जिहड़े साडे साथियां दे आ असीं उन्हां नूं भी पूर्ण सहयोग देवांगे ते फ्री विच मुकदमे लड़ांगे। वो लड़ भी रहे हैं, ऐडी कोई गल नहीं। सो मेरी बेनती है भी सरकारां नूं डराउण लई धमकाउण लई साडा कोई इरादा नहीं। साडा सिर्फ इरादा है सिर्फ उन्होंने समझाउण लई भी तुम समझो भाई साडा देश ना खराब करो। जदों ये देश का प्रधानमंत्री बना सी कहंदा सी मैं देश बिकन नहीं दूंगा, पर तुसीं सारे जानते हो भी इन्हें कली गली चीज बेच दी आ। वो किरण बेची आ, वो पूंजीवादी ने बेची। वो पूंजीवादी जिदा साहब गल की भी ईस्ट इंडिया कंपनी एक आई सी, हुण तां खरा किन्नियां कंपनियां आ गई। सो आने वाले समय जे देश नूं बचाउणा किसान मजदूर एकता नूं इकट्ठे रखो ते इहदा हमला मारांगे ते अगे चलांगे। जे इस तरह टुट भज विच रही तो साडा बहुत बड़ा नुकसान होगा, जिहदा साडे बच्चों का नुकसान होगा। असीं तो जिहड़ी गल नहीं कर लई पर सानूं कुर्बानियां देण लई फिर साडे बच्चे सानूं लाणतां पाणियां भी तुसीं की करदे रहे सी। क्योंकि ज़्यादा मैं समा नहीं लवांगा, साडे साथी बुलाए ने बहुत सारियां गल्लां तुहानूं दस चुके हैं। मैं किसी भी पोलीटिकल पार्टी ना कोई भी जिहड़ा भी बंदा तालुका रखदा मैं बेनती करांगा उन्हां जो चंगे बंदे नूं कहो भाई तुसीं भी अगे आओ, जिहड़े साडे MLA MP बने उन्हां कहो तुसीं भी अगे आके बंदे वाले काम करो ते तां ही साडा हमला मार सकदे आ, तां ही असीं इस गल नूं मना सकदे आ। नहीं ते तुहाडा समा बड़ा खराब आ रहा। मैं छोटी एग्जाम्पल दित्ती सी भी रेल दी तेल दी ते होर एग्जाम्पल देण लगी ते बहुत बड़ा साडा इत्थे लिस्ट बन जावेगी। सो मेरी बेनती सारे साथियों नूं भी ऐदां गल्लां करना कुछ नहीं होना। किसी शायर ने कहा सी सेवा कौम की जिंदगी है बहुत सौखी, गल्लां कहानियां ढेर सखलियां ने, जिन्हें कौम की सेवा ले पैर पाया उन्हें लख मुसीबत झलियां ने। धन्यवाद। वाहिगुरू जी का खालसा, वाहिगुरू जी की फतेह। मैं कोई ज़्यादा एक्सपीरियंस नहीं है मेरा। मैं एक छोटी जी गल दसना चाहती हूँ। आप सारे कहने मोर्चा लंबा हो गया, मोर्चा लंबा हो गया। एक छोटी जी उदाहरण देनी है। मान लो असीं इत्थों फ्लाईओवर से जाना होवे तो सानूं 5 मिनट लगते हैं, तो जो माउंट एवरेस्ट से जाना होवे टाइम ज़्यादा लगता ना। जो साडा गोल हाई नहीं गा, जो साडे तहिया सी लंबा किया होंदा, साडा गोल टीचा उच्चा होंदा है तो उन्होंने टाइम लगता है। ए काहली नहीं पैदा भी हुण इन्ना चिर हो गया, 6 महीने हो गए, 4 महीने हो गए। देखो जो नहीं जावांगे आपां नूं टाइम ज़्यादा लगता है तो फिर आपां सारी उम्र पिसदे रहांगे, साडियां आउण वालियां नस्लां पिसदियां रहणगीਆਂ। ते अजे हुण साडे कोल टाइम हैगा ते असीं थोड़ा जिहा जोर ला के कोशिश करिए भी असीं ज़्यादा योगदान पाइए ताकि जिन्ना घट तो घट टाइम लगे तो असीं जल्दी सफल हो सकीए। एक छोटी जी उदाहरण मैनूं याद आउंदी है। कहते कि एक बारी एक पिंड में बहुत सालों तो मीह नहीं पिया
ਪਿੰਡ ਦੇ ਸਿਆਣੇ ਬੰਦੇ ਇਕੱਠੇ ਹੋ ਕੇ ਕਿਸੇ ਕੋਲ ਗਏ, ਕਹਿੰਦੇ ਜੀ ਪਿੰਡ 'ਚ ਮੀਂਹ ਨਹੀਂ ਪੈਂਦਾ, ਕੀ ਕਰੀਏ? ਤੇ ਕਿਸੇ ਨੇ ਕਿਹਾ ਕਿ ਇਸ ਤਰ੍ਹਾਂ ਕਰੋ, ਪਿੰਡ ਦੇ ਖੁੱਲੇ ਮੈਦਾਨ 'ਚ ਕਿਤੇ ਇਕੱਠੇ ਹੋ ਜਾਓ ਸਾਰੇ ਪਿੰਡ ਵਾਲੇ, ਤੇ ਉੱਥੇ ਰਲ ਕੇ ਢੋਲ ਵਜਾਓ। ਜਿੰਨਾ ਚਿਰ ਢੋਲ ਵਜਾਈ ਜਾਓਗੇ, ਢੋਲ ਵਜਾਉਂਦੇ ਰਹੋਗੇ ਤੇ ਮੀਂਹ ਪੈ ਜਾਊਗਾ। ਲੋਕਾਂ ਨੂੰ ਸਮਝ ਨਹੀਂ ਲੱਗੀ, ਪਰ ਉਹਨਾਂ ਨੂੰ ਵਿਸ਼ਵਾਸ ਸੀ ਵੀ ਸਿਆਣਾ ਬੰਦਾ ਸਿਆਣੀ ਗੱਲ ਕਹਿੰਦਾ। ਤੇ ਇੱਕ ਛੋਟੀ ਜਿਹੀ ਲੜਕੀ ਜਿਹੜੀ ਉਸ ਭੀੜ ਦੇ ਵਿੱਚ ਗਈ, ਪਰ ਉਹ ਛਤਰੀ ਲੈ ਕੇ ਗਈ। ਕਿਸੇ ਨੇ ਉਹਨੂੰ ਕਿਹਾ ਛਤਰੀ ਕੀ ਕਰਨੀ ਹੈ? ਉਹ ਕਹਿੰਦੀ ਜਦੋਂ ਅਸੀਂ ਜਾਣਾ ਢੋਲ ਵਜਾਉਣਾ ਤੇ ਮੀਂਹ ਪੈ ਜਾਣਾ। ਇੰਨਾ ਵਿਸ਼ਵਾਸ ਹੋਵੇ ਸਾਨੂੰ ਵੀ ਜੇ ਅਸੀਂ ਗਏ ਆ, ਅਸੀਂ ਜਾ ਕੇ ਆਪਣੇ ਵੱਲੋਂ ਆਪਣਾ ਯੋਗਦਾਨ ਪਾਉਣੇ ਪਏ ਆ ਤੇ ਅਸੀਂ ਮੋਰਚਾ ਜਿੱਤ ਕੇ ਆਉਣਾ। ਤੇ ਦੂਜੀ ਇਹ ਗੱਲ ਆ ਵੀ ਢੋਲ ਵਜਾਉਂਦੇ ਰਹਿਣਾ ਜਦ ਤੱਕ ਮੀਂਹ ਨਹੀਂ ਪੈਣਾ। ਉਹਨਾਂ ਚਿਰ ਤੁਸੀਂ ਆਪਣੀ ਜੰਗ ਜਾਰੀ ਰੱਖਣੀ ਹੈ ਜਦ ਤੱਕ ਅਸੀਂ ਜਿੱਤ ਕੇ ਨਹੀਂ ਆਉਂਦੇ। ਸਾਡਾ ਟੀਚਾ ਕੀ ਆ ਕਿ ਅਸੀਂ ਬਿੱਲ ਵਾਪਸ ਕਰਾਉਣੇ ਆ, ਤੇ ਜੇ ਬਿੱਲ ਵਾਪਸ ਨਹੀਂ ਹੁੰਦੇ, ਸਾਨੂੰ ਕੋਈ ਕਹਿੰਦਾ ਜੀ ਆ ਦੇਖੋ ਖਾਲੀ ਹੋ ਗਿਆ ਪੰਡਾਲ, ਹੁਣ ਅਸੀਂ ਕਹਿੰਦੇ ਨੈਸ਼ਨਲ ਮੀਡੀਆ, ਗੋਦੀ ਮੀਡੀਆ, ਇੱਥੋਂ ਕੋਈ ਫੋਟੋ ਖਿੱਚੂਗਾ ਜੀ? ਕੋਈ ਵੀ ਨਹੀਂ ਬੈਠਾ। ਤੇ ਜਿੱਥੇ ਬੈਠੇ ਹੋ ਖਿੱਚੂਗੇ ਹੀ ਨਹੀਂ। ਸਾਨੂੰ ਕਿਤੋਂ ਫੋਟੋ ਖਿੱਚ ਕੇ ਪਾ ਦਿੰਦੇ ਆ, ਫੇਸਬੁੱਕ ਤੇ ਦੇਖਦੇ ਆ, ਅਸੀਂ ਕਹਿੰਦੇ ਜੀ ਮੋਰਚਾ ਸਿੰਘੂ ਬਾਰਡਰ ਖਾਲੀ ਹੋ ਗਿਆ, ਲੋਕ ਘਰਾਂ ਨੂੰ ਮੁੜ ਗਏ। ਆਹ ਦੇਖੋ ਟਰਾਲੀਆਂ ਆਉਂਦੀਆਂ, ਟਰਾਲੀਆਂ ਤੇ ਆਉਂਦੀਆਂ ਵੀ ਆ, ਜਾਂਦੀਆਂ ਵੀ ਆ। ਦੱਸਣ ਵਾਲੇ ਤੁਹਾਨੂੰ ਦੱਸਦੇ ਕਿ ਟਰਾਲੀਆਂ ਵਾਪਸ ਆ ਰਹੀਆਂ, ਉੱਥੇ ਬਹੁਤ ਸਾਰਾ ਪੰਡਾਲ ਖਾਲੀ ਹੋਇਆ ਪਿਆ। ਜਾਂ ਤਾਂ ਅਸੀਂ ਉਹਨੂੰ ਸੱਚ ਮੰਨ ਲਈਏ ਤੇ ਜਾਂ ਅਸੀਂ ਆਪਣੇ ਆਪ ਤੇ ਵਿਸ਼ਵਾਸ ਰੱਖੀਏ, ਪੰਜਾਬੀਆਂ ਦੀ ਦਲੇਰੀ ਤੇ ਵਿਸ਼ਵਾਸ ਰੱਖੀਏ ਕਿ ਇਹ ਕਦੇ ਖਾਲੀ ਤਾਂ ਮੁੜੇ ਨਹੀਂ। ਇੱਦਾਂ ਤਾਂ ਕਦੇ ਹੋ ਨਹੀਂ ਸਕਦਾ ਕਿ ਜਿੱਤੇ ਨਾ ਹੋਣ ਤੇ ਮੁੜੇ ਆਉਣ। ਤੇ ਜੇ ਇੱਦਾਂ ਵੀ ਨਹੀਂ ਕਦੇ ਹੋਇਆ ਕਿ ਸਾਡੇ ਇਤਿਹਾਸ ਵਿੱਚ ਕੋਈ ਇਹੋ ਜਿਹੀ ਜੰਗ ਹੋਵੇ ਜਿਹੜੀ ਅਸੀਂ ਹਾਰ ਕੇ ਘਰ ਨੂੰ ਮੁੜ ਆਈਏ ਹੋਈਏ। ਅਸੀਂ ਮੁੜ ਕੇ ਨਹੀਂ ਆਉਂਦੇ। ਅਸੀਂ ਜਦੋਂ ਵੀ ਜਾਂਦੇ ਹਾਂ ਜਾਂ ਤਾਂ ਅਸੀਂ ਮਰਦੇ ਹਾਂ ਤੇ ਜਾਂ ਅਸੀਂ ਜਿੱਤ ਕੇ ਆਉਂਦੇ ਹਾਂ। ਤੇ ਜੰਗ ਸਾਡੀ ਹੋ ਗਈ ਆ, ਭਾਵਨਾ ਸਾਡੀ ਹੋ ਗਈ ਆ, ਜਜ਼ਬਾ ਸਾਡਾ ਉਹੀ ਆ। ਜਦ ਤੱਕ ਅਸੀਂ ਪੰਜਾਬੀ ਹਾਂ, ਜਦ ਤੱਕ ਅਸੀਂ ਦਲੇਰ ਹਾਂ, ਜਦ ਤੱਕ ਅਸੀਂ ਸਿੱਖ ਧਰਮ ਨਾਲ ਜੁੜੇ ਹੋਏ ਹਾਂ, ਜਦ ਤੱਕ ਸਾਡੇ ਵਿੱਚ ਉਹ ਖੂਨ ਹੈਗਾ, ਤਦ ਤੱਕ ਅਸੀਂ ਖਾਲੀ ਨਹੀਂ ਮੁੜਦੇ, ਤਦ ਤੱਕ ਅਸੀਂ ਹਾਰ ਕੇ ਕਦੇ ਨਹੀਂ ਮੁੜਦੇ। ਠੀਕ ਆ, ਸਾਡੇ ਇੱਧਰ ਕੰਮਕਾਰ ਆ, ਕਣਕ ਕਿਸੇ ਦੀ ਚੱਕਣ ਵਾਲੀ ਪਈ ਆ, ਝੋਨਾ ਲਾਉਣ ਵਾਲਾ ਪਿਆ, ਕੁਝ ਬੰਦੇ ਇੱਧਰ ਨੂੰ ਆ ਜਾਂਦੇ ਆ, ਕੁਝ ਇੱਧਰੋਂ ਚੱਲ ਜਾਂਦੇ ਆ। ਸਾਡੇ ਵਰਗੀਆਂ ਦੀਆਂ ਮਜਬੂਰੀਆਂ ਹੈਗੀਆਂ, ਸਾਡੇ ਬੱਚਿਆਂ ਦੇ ਪੇਪਰ ਆ, ਅਸੀਂ ਬੱਚਿਆਂ ਦੀ ਖਾਤਰ ਇੱਥੇ ਰੁਕਣਾ ਹੈ। ਤੇ ਜੇ ਤੁਹਾਡਾ ਕਿਸੇ ਕਿਸਾਨ ਭਾਈਆਂ ਦਾ ਕੰਮ ਹੈਗਾ ਸਾਨੂੰ ਦੱਸੋ, ਅਸੀਂ ਨਾਲ ਕਰ ਦਿੰਦੇ ਆ ਤਾਂ ਕਿ ਤੁਸੀਂ ਉੱਧਰ ਜਾਇਓ। ਅਸੀਂ ਇੱਧਰੋਂ ਵਿਹਲੇ ਹੋਵਾਂਗੇ, ਅਸੀਂ ਉੱਧਰ ਨੂੰ ਚੱਲ ਜਾਵਾਂਗੇ, ਤੁਸੀਂ ਇੱਧਰ ਨੂੰ ਆ ਜਾਇਓ। ਹਰ ਬੰਦੇ ਨੇ ਆਪਣਾ ਯੋਗਦਾਨ ਪਾਉਣਾ। ਜਿਵੇਂ ਇੱਕ ਗੱਲ ਹੈ ਕਿ ਕਹਿੰਦੇ ਇੱਕ ਵਾਰੀ ਬਹੁਤ ਵੱਡੀ ਬਿਲਡਿੰਗ ਨੂੰ ਅੱਗ ਲੱਗੀ ਹੋਈ ਸੀ ਤੇ ਇੱਕ ਚਿੜੀ ਜਾਂਦੀ ਸੀ, ਪਾਣੀ ਦੀ ਚੁੰਝ ਭਰਦੀ ਸੀ, ਬਿਲਡਿੰਗ ਤੇ ਪਾ ਦਿੰਦੀ ਸੀ, ਫਿਰ ਜਾਂਦੀ ਸੀ, ਪਾਣੀ ਦੀ ਚੁੰਝ ਭਰਦੀ ਸੀ, ਬਿਲਡਿੰਗ ਤੇ ਪਾ ਦਿੰਦੀ ਸੀ। ਕਿਸੇ ਨੇ ਕਿਹਾ ਕਿ ਤੂੰ ਇੱਕ ਚੁੰਝ ਪਾਣੀ ਲੈ ਕੇ ਆਉਣੀ ਆ, ਤੈਨੂੰ ਲੱਗਦਾ ਕਿ ਬਿਲਡਿੰਗ ਦੀ ਅੱਗ ਬੁਝੂਗੀ? ਉਹ ਕਹਿੰਦੀ ਨਹੀਂ, ਮੈਨੂੰ ਪਤਾ ਕਿ ਇਹਨਾਂ ਅੱਗ ਨਹੀਂ ਬੁਝਣੀ, ਪਰ ਮੈਂ ਇਹ ਸੋਚਿਆ ਕਿ ਜਿੱਦਣ ਵੀ ਇਸ ਬਿਲਡਿੰਗ ਦਾ ਇਤਿਹਾਸ ਲਿਖਿਆ ਜਾਊਗਾ, ਮੇਰਾ ਨਾਮ ਅੱਗ ਲਾਉਣ ਵਾਲਿਆਂ 'ਚ ਨਹੀਂ, ਬੁਝਾਉਣ ਵਾਲਿਆਂ 'ਚ ਆਊਗਾ ਕਿ ਮੈਂ ਅੱਗ ਬੁਝਾਉਣ ਲਈ ਯੋਗਦਾਨ ਪਾਇਆ। ਹੋ ਸਕਦਾ ਅਸੀਂ ਬਹੁਤ ਕੁਝ ਨਾ ਕਰ ਸਕਦੇ ਹੋਈਏ, ਕਿਉਂਕਿ ਮੋਰਚਾ ਬਹੁਤ ਵੱਡਾ, ਟਾਰਗੇਟ ਬਹੁਤ ਵੱਡਾ, ਅਸੀਂ ਛੋਟੇ ਹਾਂ, ਉਹਦੇ ਹਿਸਾਬ ਨਾਲ ਅਸੀਂ ਬਹੁਤ ਛੋਟੇ ਹਾਂ। ਪਰ ਫਿਰ ਵੀ ਜੇ ਸਾਡੇ ਜਗਾਉਣ ਨਾਲ ਕੋਈ ਜਾਗਦਾ ਹੈ, ਅਸੀਂ ਜਗਾਉਂਦੇ ਹਾਂ। ਅਸੀਂ ਬਾਰ-ਬਾਰ ਫੇਸਬੁੱਕ ਤੇ ਇੱਧਰ ਉੱਧਰ ਜਦੋਂ ਗੱਲ ਕਰਦੇ ਹਾਂ, ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਜਗਾਉਂਦੇ ਹਾਂ। ਸਾਡੇ ਜਗਾਉਣ ਨਾਲ ਕੋਈ ਜਾਗ ਜੇ, ਤੇ ਅਸੀਂ ਅਗਰ ਟਾਈਮ ਨਾ ਵੀ ਦੇ ਪਾਏ ਕਿਸੇ ਇੱਕ ਦਿਨ, ਤੇ ਜੇ ਉਹ ਜਾਗਿਆ ਹੋਇਆ ਇਨਸਾਨ ਸਾਡੇ ਵੱਲੋਂ ਕੁਝ ਜਾਗਰਤੀ ਲੈ ਕੇ, ਥੋੜੀ ਜਿਹੀ ਅੱਗ ਲੈ ਕੇ, ਉਹ ਆਪਣੀ ਅੰਦਰਲੀ ਅੱਗ ਨੂੰ ਜਲਾਉਂਦਾ ਹੈ ਤੇ ਜਾ ਕੇ ਉੱਥੇ ਕੋਈ ਇੱਦਾਂ ਦਾ ਵਿਸਫੋਟ ਕਰਦਾ ਹੈ ਜਾਂ ਇੱਦਾਂ ਦਾ ਕੋਈ ਕੰਮ ਕਰਦਾ। ਵਿਸਫੋਟ ਇਹ ਨਹੀਂ ਕਿ ਅਸੀਂ ਕੁਝ ਅੱਗ ਲਾਉਣੀ ਹੈ, ਲਿਟਰਲੀ ਕਰਨਾ ਕੀ ਹੈ ਕਿ ਅਸੀਂ ਉਸ ਜਜ਼ਬੇ ਨੂੰ ਉਭਾਰਨਾ ਹੈ, ਉਸ ਜਜ਼ਬੇ ਨੂੰ ਉਭਾਰ ਕੇ ਲੋਕਾਂ ਨੂੰ ਜਗਾਉਣਾ, ਲੋਕਾਂ ਜਾਗਰਤੀ ਪੈਦਾ ਕਰਨੀ ਹੈ। ਤੇ ਇੱਕ ਗੱਲ ਅਸੀਂ ਸਾਰੇ ਸਮਝਦੇ ਹਾਂ ਕਿ ਜਦੋਂ ਲੋਕ ਜਾਗਦੇ ਆ, ਮੋਦੀ ਨਹੀਂ, ਮੋਦੀ ਤੋਂ ਬਹੁਤ ਵੱਡੇ ਜਿਹੜੇ ਤਾਨਾਸ਼ਾਹ ਸੀਗੇ ਨਾ, ਉਹ ਵੀ ਝੁਕਦੇ ਹੁੰਦੇ ਆ। ਝੁਕਦੇ ਕਦੋਂ ਆ? ਜਦੋਂ ਲੋਕ ਜਾਗਦੇ ਆ, ਜਦੋਂ ਆਮ ਇਨਸਾਨ ਜਾਗਦਾ ਹੈ। ਅਸੀਂ ਕੀ ਕਰਦੇ ਆ? ਸਿਰਫ ਅਫਸਰਾਂ ਨੂੰ ਜਾਂ ਅਸੀਂ ਜਿਹੜੇ ਪੜ੍ਹੇ ਲਿਖੇ ਲੋਕ, ਅਸੀਂ ਕਹਿੰਦੇ ਸਾਨੂੰ ਪਤਾ ਹੈ, ਪਰ ਨਹੀਂ, ਇਕੱਲੇ ਸਾਨੂੰ ਨਹੀਂ ਪਤਾ। ਅਸੀਂ ਸਾਰੇ ਆਮ ਇਨਸਾਨ ਨੂੰ ਜਗਾਉਣਾ ਹੈ, ਭੀੜ ਨੂੰ ਜਗਾਉਣਾ ਹੈ। ਅਸੀਂ ਡੈਮੋਕ੍ਰੈਟਿਕ ਕੰਟਰੀ 'ਚ ਆ, ਲੋਕਤੰਤਰ ਦੇਸ਼ 'ਚ ਆ। ਸਾਡੀ ਓਪੀਨੀਅਨ ਨਾਲ, ਸਾਡੇ ਵਿਚਾਰਾਂ ਨਾਲ ਸਰਕਾਰਾਂ ਬਣਦੀਆਂ ਨੇ, ਤੇ ਜੇ ਅਸੀਂ ਬਣਾਉਣਾ ਜਾਣਦੇ ਹਾਂ ਤਾਂ ਅਸੀਂ ਇਹਨਾਂ ਨੂੰ ਢਾਉਣਾ ਵੀ ਜਾਣਦੇ ਹਾਂ। ਅਸੀਂ ਆਪਣੀ ਹਿੰਮਤ ਇਕੱਠੀ ਕਰਕੇ ਇੱਕ ਇਹੋ ਜਿਹੀ ਜੰਗ ਦੀ ਸ਼ੁਰੂਆਤ ਕਰਨੀ ਆ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਜਿਨ੍ਹਾਂ ਦੇ ਸਪੋਰਟ ਤੇ, ਜਿਨ੍ਹਾਂ ਦੇ ਸਿਰ ਤੇ ਅਸੀਂ ਖੜੇ ਆ, ਜਦੋਂ ਸਿਰ ਚੱਕਦੇ ਆ ਤਾਂ ਸਾਡੇ ਤਖਤ ਪਲਟੇ ਵੀ ਜਾਂਦੇ ਆ। ਆਪਾਂ ਨੂੰ ਪਤਾ ਹੈ ਕਿ ਕਹਿੰਦੇ ਹੁੰਦੇ ਤਖਤ ਮਿਲਦੇ ਨਹੀਂ, ਮੱਲੇ ਜਾਂਦੇ ਆ, ਤੇ ਤੂਫਾਨ ਰੁਕਦੇ ਨਹੀਂ ਹੁੰਦੇ, ਥੱਲੇ ਜਾਂਦੇ ਆ। ਥੱਲਣ ਵਾਸਤੇ ਚੌੜੀਆਂ ਛਾਤੀਆਂ, ਤੁਹਾਡੇ ਅੰਦਰ ਜਾਨ, ਤੁਹਾਡੇ ਅੰਦਰ ਜਜ਼ਬਾ, ਇੱਕ ਦਲੇਰੀ ਹੋਣੀ ਚਾਹੀਦੀ ਹੈ। ਤਾਂ ਆਪਾਂ ਕੋਸ਼ਿਸ਼ ਕਰੀਏ, ਆਪਾਂ ਸਾਰੇ ਜਾਣੇ ਆਪਣੀ ਇੱਕ ਪੋਜ਼ਿਟਿਵ ਮਾਈਂਡ ਨੂੰ, ਇੱਕ ਸਕਾਰਾਤਮਕ ਸੋਚ ਨੂੰ ਅੱਗੇ ਲੈ ਕੇ ਆਪਣੇ ਅੰਦਰ ਦੀ ਦਲੇਰੀ ਨੂੰ ਇਕੱਠਿਆਂ ਕਰਕੇ ਤੁਰੀਏ। ਤੇ ਜਿੱਤ ਪੱਕੀ ਗੱਲ ਆ ਕਿ ਜਿੱਤ ਸਾਡੀ ਹੋਣੀ ਆ। ਆਮ ਇਨਸਾਨ ਹਮੇਸ਼ਾ ਜਿੱਤਦਾ ਹੈ, ਪਰ ਉਦੋਂ ਜਦੋਂ ਉਹ ਜਾਗ ਜਾਂਦਾ, ਜਦੋਂ ਜਾਗ ਕੇ ਆਪਣੀ ਅੰਦਰਲੀ ਹਿੰਮਤ ਦਲੇਰੀ ਇਕੱਠੀ ਕਰਕੇ ਮੱਥਾ ਲਾਉਂਦਾ ਕਿਸੇ ਚੀਜ਼ ਨਾਲ। ਸਾਰਿਆਂ ਨੂੰ ਇੱਕ ਪੁਰਜ਼ੋਰ ਅਪੀਲ ਹੈ ਕਿ ਪਲੀਜ਼ ਆਪਾਂ ਆਪਣੇ ਅੰਦਰ ਇਸ ਚੀਜ਼ ਨੂੰ
ਵਸਾਇਆ ਹੋਇਆ ਬਹੁਤ ਵਧੀਆ ਗੱਲ ਆ, ਪਰ ਆਪਾਂ ਆਪਣੇ ਆਸ-ਪਾਸ ਸਾਰਿਆਂ ਨੂੰ ਜਾਗਰੂਕ ਵੀ ਕਰਨਾ ਹੈ। ਜਿੰਨੇ ਲੋਕ ਜ਼ਿਆਦਾ ਚੱਲਣਗੇ, ਜਿੰਨਾ ਹਜੂਮ, ਜਿੰਨਾ ਆਵਾਮ ਸਾਡੇ ਨਾਲ ਹੋਏਗਾ, ਉਨੀ ਜਿੱਤ ਸਾਡੇ ਨਜ਼ਦੀਕ ਹੈ। ਸਤਿ ਸ਼੍ਰੀ ਅਕਾਲ। ਮੇਰੇ ਜੁਝਾਰੂ ਭੈਣੋ ਦੇ ਭਰਾਓ, ਸਮਾਂ ਬਹੁਤ ਹੋ ਗਿਆ, ਮੈਂ ਇੱਕ ਦੋ ਗੱਲਾਂ ਕਰਕੇ ਹੀ ਬੜਾ ਸਮਾਂ ਨਹੀਂ ਲੈਣਾ। ਇਹ ਵੀ ਕਸ਼ਮੀਰ ਆਈ ਹੈ ਦੂਜਾ। ਜੇ ਇਸ ਮੁਲਕ ਦੀ ਅੱਜ ਗੱਲ ਕਰਨੇ ਆ, ਜਿਹੜੀ ਲੜਾਈ ਦੀ ਅੱਜ ਗੱਲ ਚੱਲ ਰਹੀ ਆ ਭਾਰਤ ਦੇ ਵਿੱਚ, ਤੇ ਜਿਹੜੇ ਉਹ ਸੰਵਿਧਾਨ ਦੀ ਗੱਲ ਕਰਦੇ ਆ, ਉਹਦੇ ਵਿੱਚ ਕਿਤੇ ਵੀ ਇਹੋ ਜਿਹਾ ਨਾਂ ਨਹੀਂ ਲਿਖਿਆ ਕਿ ਇਹ ਹਿੰਦੁਸਤਾਨ ਆ। ਉਹਦੇ ਵਿੱਚ ਭਾਰਤ ਲਿਖਿਆ, ਇੰਡੀਆ ਲਿਖਿਆ ਆ। ਉਸ ਤੋਂ ਅੱਗੇ ਜੇ ਗੱਲ ਆ ਸਾਡੇ ਕਾਲੇ ਕਾਨੂੰਨ ਦੀ ਗੱਲ ਕਰਦੇ ਆ ਕਿ ਉਸ ਇਤਿਹਾਸ ਦੀ ਗੱਲ ਕਰੀਏ ਕਿ ਜਿੱਥੇ ਸਾਡਾ ਅੱਜ ਜੰਗ ਲੱਖਾਂ ਰੁਪਏ ਲਾ ਕੇ ਅਮਰੀਕਾ ਨੂੰ ਭੱਜ ਰਿਹਾ, ਤੇ ਜੇ ਉਹਦੀ ਗੱਲ ਕਰੀਏ ਜਦੋਂ ਦੂਜੀ ਸੰਸਾਰ ਜੰਗ ਲੱਗੀ 1945 ਨੂੰ, ਤੇ ਉਸ ਸਮੇਂ ਦੇ ਵਿੱਚ ਉੱਥੇ ਜਿਹੜਾ ਆਮ ਕਿਸਾਨ ਸੀਗਾ ਉਹਦੇ ਕੋਲ ਘੱਟ ਤੋਂ ਘੱਟ 150 ਕਿੱਲਾ ਜ਼ਮੀਨ ਹੋਇਆ ਕਰਦਾ ਸੀ। ਉਸ ਪਾਸੇ ਦੀ ਗੱਲ ਕਰ ਲਈਏ ਤੇ ਅੱਜ ਉੱਥੇ ਦਾ ਕਿਸਾਨ ਉਹ 150 ਵਾਲਾ ਖਤਮ ਹੋ ਗਿਆ। ਤੇ ਭਾਰਤੀ ਜੇ ਉਹ ਰਾਇਸ਼ਮਾਰੀ ਦੀ ਗੱਲ ਕਰ ਲਈਏ ਕਿ 1970 ਦੇ ਵਿੱਚ ਇੱਕ ਪਰਿਵਾਰ ਦੇ ਕੋਲ ਪੌਣੇ 6 ਕਿੱਲੇ ਹੋਇਆ ਕਰਦੇ ਸੀ, ਤੇ ਉੱਥੇ ਜਿਹੜਾ 1945 ਤੋਂ ਬਾਅਦ ਉਹ 150 ਕਿੱਲੋ ਵਾਲਾ ਖਤਮ ਹੋ ਗਿਆ, ਤੇ ਉੱਥੇ 400-500 ਕਿੱਲੇ ਵਾਲਾ 1000 ਕਿੱਲੇ ਵਾਲਾ ਹੋ ਗਿਆ। ਜਿਹੜੀ ਅੱਜ ਸਾਡੇ ਭਾਰਤ ਦੇ ਆ ਜਿਹੜਾ ਕਾਨੂੰਨ ਲੈ ਕੇ ਆਏ ਆ। ਉਸ ਤੋਂ ਅੱਗੇ ਭਾਰਤੀ ਰਾਇਸ਼ਮਾਰੀ ਦੀ ਗੱਲ ਕਰ ਲਈਏ ਕਿ ਉਹ ਜਿਹੜੀ 13-14 ਦੇ ਵਿੱਚ ਕੀਤੀ ਆ, ਉਹਦੇ ਵਿੱਚ ਆ ਸਾਨੂੰ 1.5-2 ਕਿੱਲੇ ਉਹ ਆਉਂਦੇ ਆ ਇੱਕ ਪਰਿਵਾਰ ਨੂੰ। ਤੇ ਅੱਜ ਜਿਹੜਾ ਸਾਡੇ ਤੇ ਉਹ ਘਰਾਣੇ ਬੈਠੇ ਆ, ਉਹ ਜਿਹੜਾ ਕਹਿੰਦੇ ਆ ਇਹਨਾਂ ਨੂੰ ਵਿਹਲੇ ਕਰ ਦਈਏ, ਇਹਨਾਂ ਨੂੰ ਤੁਰਦੇ ਕਰ ਦਈਏ। ਸੋ ਲੜਾਈ ਇੱਥੇ ਦੋ ਧੜਿਆਂ ਦੇ ਵਾਲੀ ਗੱਲ ਆ ਕਿ ਕੋ ਜਿਹੜੇ ਲੁੱਟ ਕਰਨ ਵਾਲੇ ਆ ਤੇ ਕੋ ਜਿਹੜੇ ਲੁੱਟ ਹੋਣ ਵਾਲੇ ਆ। ਜਿਵੇਂ ਸ਼ਾਇਰ ਨੇ ਕਿਹਾ ਸੀ, ਦੋ ਧੜਿਆਂ 'ਚ ਖਿਲਕਤ ਵੱਡੀ, ਇੱਕ ਲੋਕਾਂ ਇੱਕ ਜੋਕਾਂ ਦੀ। ਲੋਕ ਕਿਹੜੇ ਨੇ? ਆ ਜੋਕਾਂ ਕਿਹੜੀਆਂ ਨੇ? ਉਹ ਰਾਜ ਘਰਾਣੇ ਜਿਹੜੇ ਸਾਡੇ ਤੇ ਰਾਜ ਕਰਦੇ ਆ। ਸੋ ਇਸ ਕਰਕੇ ਉਹ ਇਤਿਹਾਸ ਨੂੰ ਭੁੱਲਣ ਵਾਲੀ ਗੱਲ ਨਹੀਂ, ਉਹ ਇਤਿਹਾਸ ਨੂੰ ਲੈ ਕੇ ਜਾਣ ਵਾਲੀ ਗੱਲ ਆ। ਤੇ ਜੇ ਅੱਜ ਆਪਾਂ ਪਿਛਲੇ ਦਿਨਾਂ ਦੇ ਵਿੱਚ ਸ਼ਹੀਦ ਆਜਮ ਸਾਹਿਬ ਭਗਤ ਸਿੰਘ ਦਾ ਸ਼ਹੀਦੀ ਪੁਰਬ ਮਨਾ ਕੇ ਹਟੇ ਆ, ਤੇ ਭਗਤ ਸਿੰਘ ਨੇ ਇਹ ਗੱਲ ਕਿਹਾ ਸੀ ਕਿ ਜਿਹੜੀ ਆ ਲੁੱਟਿਆ ਮਨੁੱਖ ਦੇ ਹੱਥੋਂ ਲੁੱਟ ਦੀ ਮਨੁੱਖ ਦੀ ਖਤਮ ਕਰਨੀ ਆ, ਤੇ ਇਹੋ ਜਿਹਾ ਰਾਜ ਲੈ ਕੇ ਆਉਣਾ ਆ। ਤੇ ਅੱਜ ਭਾਰਤ ਸਰਕਾਰ ਉਹ 3 ਕਾਨੂੰਨ ਲੈ ਕੇ ਆਈ ਆ, ਤੇ 8 ਮਾਰਚ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਸੀ। ਉਸ ਅੰਗਰੇਜ਼ ਪਹਿਰੀ ਹਕੂਮਤ ਨੂੰ ਜਗਾਉਣ ਵਾਸਤੇ, ਉਹ ਉਹਨਾਂ ਦੇ ਜਿਹੜੇ ਬੋਲੇ ਕਾਨਿਆ ਉਹਨਾਂ ਨੂੰ ਸੁਣਾਉਣ ਵਾਸਤੇ ਕਿ ਆ ਜਿਹੜੇ ਤੁਸੀਂ ਸੇਫਟੀ ਐਕਟ ਬਿੱਲ ਲੈ ਕੇ ਆ ਰਹੇ ਆ, ਜਿਹੜੀ ਅੱਜ ਭਾਰਤ ਸਰਕਾਰ ਲੈ ਕੇ ਆ ਰਹੀ ਆ 3, ਉਹਦੇ ਤਹਿਤ ਕਿ ਅਸੀਂ ਆ ਲੜਾਈ ਜਾਰੀ ਰੱਖਾਂਗੇ। ਅੱਜ ਸਾਡੇ ਪੰਜਾਬ ਨੇ ਲੜਾਈ ਜਾਰੀ ਕੀਤੀ ਆ। ਇਸ ਕਰਕੇ ਕਿ ਪੰਜਾਬ ਭਾਵੇਂ 47 ਤੋਂ ਪਹਿਲਾਂ ਦੀ ਗੱਲ ਕਰ ਲਈਏ ਕਿ 2 ਸੂਬਿਆਂ ਨੂੰ 2 ਹਿੱਸਿਆਂ 'ਚ ਵੰਡ ਦਿੱਤਾ। ਜਦੋਂ 2 ਮੁਲਕ ਬਣਿਆ, ਉਹ ਪੰਜਾਬ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਤੇ ਉੱਥੇ ਪੱਛਮੀ ਬੰਗਾਲ ਬੰਗਲਾਦੇਸ਼ ਤੇ ਪੱਛਮੀ ਬੰਗਾਲ ਕਰ ਦਿੱਤਾ। ਕਿਉਂਕਿ ਲੜਾਈ ਉਸ ਜਿਹੜੀ ਲੜਨ ਵਾਲੇ ਲੋਕਾਂ ਦੀ ਸੀ। ਆਜ਼ਾਦੀ ਦੇ ਵਿੱਚ ਇਹਨਾਂ ਲੋਕਾਂ ਨੇ ਜਿਹੜੀ ਆ ਉਹ ਵੱਧ ਸ਼ਹਾਦਤਾਂ ਦਿੱਤੀਆਂ, ਉਹ ਵੱਧ ਲੜਾਈ ਲੜੀ ਆ। ਸੋ ਇਸ ਕਰਕੇ ਅੱਜ ਲੜਾਈ ਫੇਰ ਉੱਥੇ ਦੀ ਆ। ਜਿਵੇਂ ਆ ਮੋਰੇ ਆ ਰਿਹਾ 13 ਤਰੀਕ ਨੂੰ ਵਿਸਾਖੀ ਆ, ਗੁਰੂ ਗੋਬਿੰਦ ਸਿੰਘ ਨੇ ਉਹ ਫੌਜ ਨੂੰ, ਖਾਲਸਾ ਫੌਜ ਨੂੰ ਸਾਜਿਆ ਸੀ। ਜਿਹੜੇ ਅੱਜ ਧਰਮਾਂ 'ਚ ਵੰਡਣ ਵਾਲੀ ਗੱਲ ਕਰਦੇ ਆ ਕਿ ਉਹਨਾਂ ਨੇ ਉਹ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਸੀ ਜ਼ਬਰ ਦੇ ਖਿਲਾਫ ਲੜਨਾ ਆ।
उस धर्म नूं लैके उन्हें एक खंडे बाटे का अमल तैयार करके वो सीस तली ते धड़ के लैके जाने की लोड़ उदों उन्होंने शमूलीयत की गल की सी लुट के खिलाफ। तो अज साडा जिहड़ा किसान आ साडा पंजाबी आ जिहड़ा भारत दे विच इह कहा जा रहा कि 2% लोग आ ते अज 2% ने ये दस दिता कि पूरे भारत दे विच नहीं पूरी दुनिया दे विच अज इन्हां ने दसता कि लोग लड़दे आ। अमेरिका दे विच एक पत्रकार आ सृष्टि अग्रवाल उन्हें 10,000 किलोमीटर की सफर तय किया ਵੱਖ-ਵੱਖ पिंडों के विच गई आ वो केस करके इस अंदोलन नूं देख के क्या लोग लड़ना शुरू किया ये लड़ाई किस ढंग की आ। ते जदों वो 10,000 किलोमीटर तय करके वो ਵੱਖ-ਵੱਖ थावां तो रिपोर्टां इकट्ठियां कीतियां ते उन्हें ये गल कही आ कि अज जिहड़ा भारत एक इतिहास सिरजण जा रहा ते जिहड़ा अमेरिका ने इहदे ते वो डोरे पा के वो कानून नूं लैके आंदा ते उहदे ते तय कीता कि उहनां पिंडां दे विच जाके वो जदों जमीनी पद्धर ते देखा ते कोई पिंड कोई घर इहो जिहा अमेरिका च नहीं देखा जिथे खुदकशी ना हुई होवे जिहड़ी असीं पंजाब की खुदकशी की गल करते हैं चाहे बिहार की करते हैं चाहे यूपी की करते हैं। सो इस करके उस विषय जड़े आ साड़ी एजुकेशन जी चली आ ये इतिहास लिखा जा रहा ये इतिहास लिखना कि आ लोग लड़े आ इन्ना लम्मा समा ते ओ लड़ाई जड़ी आ ओ जारी रहनी आ उन्ना चਿਰ जिन्ना चਿਰ ये असीं मनुख की लुट मनुख के हथों खत्म करने वाली नहीं। सो इस करके उतों का जड़ा एक फिल्म मेकर आ वो फिल्म बना रहा वो शायद ऐसे महीने जी वो रिलीज हो जानी आ कि अमेरिका दे विच की कुछ होया ते भारत दे विच की कुछ होण जा रहा। सो इस करके ये लड़ाई साडी लम्मी आ लोड़ इस चीज़ दी आ आओ आपां तहिया करके उन्ना चਿਰ पिछे नहीं होना जिन्ना चਿਰ इस लड़ाई नूं जित नहीं लेंदे वो जित के आवांगे क्योंकि गुरु गोबिंद सिंह ने कहा सी को कब को राज न दे जो ले निज बाथे ले ये मंगिया नहीं मिलने ये खोने पैने आ। इस करके ये लड़ाई लम्मी आ ते मेरी सारिਆਂ ਨੂੰ ਇਹ अपील आ कि ये लड़ाई नूं अगे नूं लैके तुरीए ते जे जिवें वो साडे साथी दस के गए आ कि वाढियां के समय वो किसान उन्होंने अपनी कणक वड्ढण भी आना तो इत्थे भी आपां तय किया कि जिहड़े इत्थे आ वो उन्हां दा जिहड़ा समय दे नाल वो उन्हां दी हमायत करनगे उन्हां दा सहयोग देणगे ते साथियां ने जिवें साथी साडे वो बिजली बोर्ड के बुलारे साथी दस के गए कि वो रिटायर होए आ कि 500 की ड्यूटी लाई आ असीं कहने आओ सारा आवाम इकट्ठा हो गए आवाम की लड़ाई आ इकट्ठे होकर लड़िए ताकि वो जित वाल जा सकीए जित लोगों की। गल साडे च वकील भाईचारा ने बैठा कि यह कानून आ सकता नहीं क्या क्योंकि सरकार नूं कोई केंद्र सरकार नूं राइट नहीं सी कि वह जिहड़ा सूबिਆਂ ਨਾਲ संबंधित मसले के उपर जिहड़ा कानून बनावे ये सीधी जिहड़ी वह कारपोरेट सैक्टर नूं साडी जमीन देण दा जिहड़ा उन्होंने तहिया कीता। दूसरा कि मोदी इत्थे ही नहीं हट गया पिछले दिनों च उन्होंने एक चिट्ठी जारी की है राज्यां नूं कि जिथे जिथे भी जंगल पैंदा आ उस जंगल दे विच और जंगल च जिहड़ी भी एक्टिविटी होनी है उस दे विच उत्थों दी सरकार कोई भी दखलअंदाजी नहीं करूगी। मतलब की है पहला खेती कानून के तहत साडी जमीन जानी आ दूजा जिहड़ी स्टेट कोल कोई जंगल आ उस जंगल की लकड़ उस जंगल चों निकलण वाला कुदरती पदार्थ सारा जिहड़ा अडानी अबानी नूं देण दा जिहड़ा फैसला करना। मतलब की है उत्थों के लोग इस दे खिलाफ जिहड़ी आवाज़ नहीं उठाउणी। तीसरी गल बैंकिंग सैक्टर है ये तां करके तां जो सब नूं पता लगे भी सब ने किवें मोदी ने जिहड़ा सब नूं जिहड़ा प्रभावित किया है। बैंकिंग सैक्टर च उन्हें एक फैसला लिया कि बैंकां नाल संबंधित जिहड़े भी मसले ने जो भी लैण देण आ ਉਹਦੇ ਉੱਪਰ CBI कैग ਤੇ CVC ਇਹ ਤਿੰਨ ਜਾਂਚ ਏਜੰਸੀਆਂ ਨੇ ਦੇਸ਼ ਦੀਆਂ ਸਭ ਤੋਂ ਉੱਚਤਮ ਇਹ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਕਰੇਗੀ ਉਹਨਾਂ ਦੀ। मतलब की आ बैंकों के विचों जिन्ना कोई रुपया विजय मालिया वर्गा नीरव मोदी वर्गे अडानी अबानी जिन्ना भी लैके भज जाण उन्हां दे उपर कोई भी जिहड़ी कार्रवाई नहीं होनी। चौथा जिहड़ा उन्होंने किया कला किसान नहीं डोबिया उन्होंने मजदूर नूं भी डोबिया होया। लेबर कानूनों के इंनियां सोधां कर दित्तियां कि मजदूर अपनी ऑर्गेनाइजेशन नहीं बना सकता
ਜਿੱਥੇ ਉਹ ਕੰਮ ਕਰਦਾ ਪਹਿਲਾਂ ਉਹਨੂੰ ਇਹ ਤੈਅ ਕਰਨਾ ਪਏਗਾ ਕਿ ਉੱਥੇ ਜਿਹੜੀ ਜਿੰਨੇ ਲੋਕ ਕੰਮ ਕਰਦੇ ਨੇ ਉਹਨਾਂ ਦਾ 50% ਜਿਹੜਾ ਮਜ਼ਦੂਰ ਆ ਉਹ ਜਥੇਬੰਦੀ ਬਣਾਉਣ ਲਈ ਸਹਿਮਤ ਆ, ਤਾਂ ਜਥੇਬੰਦੀ ਬਣਾ ਸਕਦਾ। ਮਤਲਬ ਕੀ ਆ, ਜੇਕਰ ਅਸੀਂ ਮੋਦੀ ਨੂੰ ਅੱਜ ਟੱਕਰ ਦੇਤੀ, ਸਾਡੀਆਂ ਜਥੇਬੰਦੀਆਂ ਸੀਗੀਆਂ ਤਾਂ ਦੇਤੀ, ਜਿੱਦਾਂ ਦਾ ਉਹਨਾਂ ਦਾ ਕਾਨੂੰਨ ਆ ਉਹਦੇ ਤਹਿਤ ਤਾਂ ਅਸੀਂ ਆਪਣੀ ਜਥੇਬੰਦੀ ਵੀ ਨਹੀਂ ਸੀ ਬਣਾ ਸਕਦੇ। ਇਸ ਕਰਕੇ ਦੋਸਤੋ, ਮੋਦੀ ਨੇ ਹਰ ਵਰਗ ਦੇ ਉੱਪਰ ਜਿਹੜਾ ਹਮਲਾ ਕੀਤਾ ਹੋਇਆ ਹੈ। ਜਦੋਂ ਸਾਨੂੰ ਲੱਗਦਾ ਕਿ ਅਸੀਂ ਉਮੀਦ ਫਿਰ ਕਿੱਥੋਂ ਕਰੀਏ, ਬਹੁਤਿਆਂ ਨੂੰ ਲੱਗਦਾ ਕਿ ਅਸੀਂ ਅਦਾਲਤਾਂ ਰਾਹੀਂ ਉਮੀਦ ਕਰ ਸਕਦੇ ਹਾਂ, ਆਪਣੀ ਰਿਟ ਪਾ ਸਕਦੇ ਹਾਂ, ਅਸੀਂ ਕੋਰਟ ਦੇ ਵਿੱਚ ਕੇਸ ਲੜ ਸਕਦੇ ਹਾਂ, ਸੈਸ਼ਨ 'ਚ ਨਹੀਂ ਲੜਾਂਗੇ, ਹਾਈ ਕੋਰਟ 'ਚ ਲੜ ਲਾਂਗੇ, ਹਾਈ ਕੋਰਟ 'ਚ ਨਹੀਂ ਲੜਾਂਗੇ, ਸੁਪਰੀਮ ਕੋਰਟ 'ਚ ਲੜ ਲਾਂਗੇ। ਉਹ ਅਦਾਲਤਾਂ ਵੀ ਪਿਛਲੇ ਜਦੋਂ ਦਾ ਮੋਦੀ ਦਾ ਕਾਰਜਕਾਲ ਚੱਲ ਰਿਹਾ, ਪਹਿਲਾ ਚੀਫ ਜਸਟਿਸ ਦੀਪਕ ਮਿਸ਼ਰਾ, ਜਿਸ ਦੇ ਮੁੰਡੇ ਦਾ ਇੱਕ ਮੈਡੀਕਲ ਕੌਂਸਲ ਆਫ ਇੰਡੀਆ ਦੇ ਵਿੱਚ ਘਪਲੇ ਦਾ ਰੌਲਾ ਸੀ, ਉਸ ਤੋਂ ਬਚਣ ਦੇ ਲਈ ਜੋ ਮੋਦੀ ਉਹਨਾਂ ਨੇ ਕਿਹਾ ਉਹੀ ਉਸਨੇ ਕੀਤਾ। ਜਿਹੜੇ ਕੇਸ ਅਮਿਤ ਸ਼ਾਹ ਦੇ ਉੱਪਰ ਕਤਲ ਸੀਗਾ, ਕਤਲ ਦਾ ਮਾਮਲਾ ਸ਼ਹਰਾਬੂਦੀਨ ਵਾਲਾ, ਉਹਦੇ ਵਿੱਚ ਜਸਟਿਸ ਲੋਇਆ ਦਾ ਕਤਲ ਵੀ ਹੋਇਆ, ਪਰ ਉਸ ਅਮਿਤ ਸ਼ਾਹ ਨੂੰ ਬਚਾਉਣ ਲਈ ਅਮਿਤ ਮਿਸ਼ਰੇ ਨੂੰ ਚੀਫ ਜਸਟਿਸ ਨੂੰ ਜਿਹੜਾ ਵਰਤਿਆ ਉਹਨਾਂ ਨੇ। ਜਿਹੜੇ ਜੱਜ ਉਸ ਦੇ ਖਿਲਾਫ ਬੋਲੇ ਵੀ ਕੇਸਾਂ ਦੀ ਵੰਡ ਸਹੀ ਨਹੀਂ ਕਰਦਾ ਇਹ, ਉਹਨਾਂ 'ਚੋਂ ਜਸਟਿਸ ਰੰਜਨ ਗਗੋਈ, ਜਿਸ ਨੇ ਉਸ ਮੁਲਾਜ਼ਮ ਕੁੜੀ ਦੇ ਨਾਲ ਜਿਹੜੀਆਂ ਅਸ਼ਲੀਲ ਹਰਕਤਾਂ ਕੀਤੀਆਂ ਅਦਾਲਤ ਦੇ ਵਿੱਚ, ਉਸਨੇ ਇਸ ਨੂੰ ਬਚਣ ਦੇ ਲਈ ਕਈ ਫੈਸਲੇ ਜਿਹੜੇ ਮੋਦੀ ਦੇ ਹੱਕ 'ਚ ਸੁਣਾਏ, ਜਿਹਦੇ ਵਿੱਚ ਧਾਰਾ 370 ਨੂੰ ਤੋੜਨਾ ਔਰ ਜੰਮੂ ਕਸ਼ਮੀਰ ਦੇ ਟੋਟੇ ਕਰਨਾ। ਇੱਕ ਵੀ ਜਿਹੜੀਆਂ ਉੱਥੋਂ ਦੇ ਲੋਕਾਂ ਨੇ ਕਈ ਰਿਟਾਂ ਪਾਈਆਂ ਕਿ ਸਾਡੇ ਮੁੰਡਿਆਂ ਨੂੰ ਚੱਕ ਕੇ ਜਿਹੜੀਆਂ ਪੁਲਿਸ ਔਰ ਫੌਜ ਲੈ ਗਈ, ਸਾਨੂੰ ਨਹੀਂ ਪਤਾ ਕਿੱਥੇ ਨੇ ਉਹ। ਹਿਊਮਨ ਰਾਈਟਸ ਔਰ ਮਨੁੱਖੀ ਅਧਿਕਾਰਾਂ ਦੇ ਤਹਿਤ ਉਹਨਾਂ ਕੇਸਾਂ ਦੀ ਅਦਾਲਤ ਨੇ ਫੌਰੀ ਸੁਣਵਾਈ ਕਰਨੀ ਹੁੰਦੀ ਹੈ, ਪਰ ਸੁਪਰੀਮ ਕੋਰਟ ਨੇ ਉਹਦੇ ਉੱਪਰ ਕੋਈ ਵੀ ਫੌਰੀ ਜਿਹੜੀ ਉਹ ਸੁਣਵਾਈ ਨਹੀਂ ਕੀਤੀ। ਹੁਣ ਵੀ ਇਸ ਅੰਦੋਲਨ ਨੂੰ ਘੱਟੇ ਰੋਲਣ ਦੇ ਲਈ ਜਿਹੜੀ ਵਕੀਲਾਂ ਦੀ ਕਮੇਟੀ ਬਣਾਈ ਆ, ਸਾਰੇ ਵਕੀਲ, ਇੱਕ ਵਕੀਲ ਨੂੰ ਛੱਡ ਕੇ ਕੌਲਿਨ ਗੌਂਸਵੇਲਜ਼ ਨੂੰ, ਸਾਰੇ ਵਕੀਲ ਜਿਹੜੇ ਇਸ ਅੰਦੋਲਨ ਦੇ ਖਿਲਾਫ ਭੁਗਤੇ ਨੇ, ਜਿਹੜੇ ਉਹ 3 ਵਕੀਲ ਸੀਗੇ ਜਿਨ੍ਹਾਂ ਨੂੰ ਅਸੀਂ ਚੋਟੀ ਦੇ ਵਕੀਲ ਵੀ ਕਹਿੰਦੇ ਹਾਂ। ਮਤਲਬ ਕੀ ਆ, ਉਹਨਾਂ ਨੇ ਹਰ ਪੈਂਤੜਾ ਵਰਤਿਆ ਕਿ ਇਸ ਅੰਦੋਲਨ ਨੂੰ ਢਾਹ ਲਾ ਦਈਏ, ਇਸ ਅੰਦੋਲਨ ਨੂੰ ਦਬਾ ਦਈਏ। ਜਿਹੜਾ ਅਗਲਾ ਉਹਨਾਂ ਨੇ ਇਸ ਅੰਦੋਲਨ ਨੂੰ ਦਬਾਉਣ ਦਾ ਪੈਂਤੜਾ ਵਰਤਿਆ ਕਿ ਇਹ ਅੰਦੋਲਨ ਖਾਲਿਸਤਾਨੀਆਂ ਦਾ ਆ। 26 ਜਨਵਰੀ ਦੀ ਘਟਨਾ ਨੂੰ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਦਿਖਾ ਦਈਏ ਕਿ ਇਹ ਅੰਦੋਲਨ ਵਾਕਈ ਖਾਲਿਸਤਾਨੀਆਂ ਦਾ, ਪਰ ਕਿਸਾਨ ਲੀਡਰਸ਼ਿਪ ਇੰਨੀ ਮਜ਼ੀ ਹੋਈ ਲੀਡਰਸ਼ਿਪ ਸੀਗੀ, ਇੰਨੀ ਠੰਮੇ ਔਰ ਜਜ਼ਬੇ ਵਾਲੀ ਲੀਡਰਸ਼ਿਪ ਸੀ ਕਿ ਉਹਨੇ ਸਾਬਤ ਕੀਤਾ ਕਿ ਇਹ ਅੰਦੋਲਨ ਇਹ ਨਹੀਂ ਹੈਗਾ, ਇਹ ਅੰਦੋਲਨ ਖੇਤੀ ਕਾਨੂੰਨਾਂ ਦਾ ਖਿਲਾਫ ਹੈ ਔਰ ਜਿਹਨੇ ਮਜ਼ਦੂਰਾਂ ਕਿਸਾਨਾਂ ਦੀ ਲੁੱਟ ਕਰਨੀ ਹੈ ਉਸ ਦੇ ਖਿਲਾਫ ਹੈ। ਪਰ ਇਹ ਅੰਦੋਲਨ ਫਿਰ ਮੰਗਿਆ, ਉਹਨਾਂ ਦੀ ਇਹ ਚਾਲ ਵੀ ਫੇਲ ਹੋ। ਹੁਣ ਸਾਡੇ ਤੋਂ ਪਹਿਲਾਂ ਵੀ ਗੱਲ ਹੋਈ ਹੈ ਕਿ ਕੱਲ ਨਕਸਲੀਆਂ ਦੁਆਰਾ ਇਹ ਕਿਹਾ ਗਿਆ ਕਿ 22 ਜਵਾਨ ਜਿਹੜੇ ਸ਼ਹੀਦ ਕੀਤੇ ਗਏ ਨੇ। ਇਸ ਅੰਦੋਲਨ ਦੇ ਉੱਪਰ ਇਹ ਵੀ ਟੈਗ ਲੱਗਾ ਸੀ ਕਿ ਇਹ ਨਕਸਲੀਆਂ ਦਾ ਅੰਦੋਲਨ ਹੈ। ਇਹ ਕੀ ਪਤਾ ਕਿਸ ਨੇ ਕਰਵਾਇਆ ਹੋ ਸਕਦਾ ਹਮਲਾ, ਕਿਸ ਨੇ ਸਾਡੇ ਫੌਜੀ ਜਵਾਨ ਸ਼ਹੀਦ ਕਰਾਏ ਹੋਣਗੇ। ਜਦੋਂ ਰੇਲਵੇ ਵੇਚਣੀ ਆ, ਜਦੋਂ ਬੈਂਕਾਂ ਵੇਚਣੀਆਂ ਨੇ, ਜਦੋਂ ਜੰਗਲ ਵੇਚਣਾ ਆ, ਜਦੋਂ ਜ਼ਮੀਨ ਵੇਚਣੀ ਆ, ਤੇ ਸਾਰੀ ਅਬਾਨੀ ਅਡਾਨੀ ਕੋਲ ਜਾਣੀ ਆ, ਤੇ ਜਦੋਂ ਕਿਸਾਨਾਂ, ਮਜ਼ਦੂਰਾਂ ਨੇ, ਮੁਲਾਜ਼ਮਾਂ ਨੇ ਇਹਦੇ ਖਿਲਾਫ ਲੜਨਾ, ਤਾਂ ਫੌਜ ਸਾਡੇ ਸਾਹਮਣੇ ਖੜੀ ਕਰਨੀ ਆ ਵੀ ਇਹਨਾਂ ਦੀ ਹਿੱਕ 'ਚ ਗੋਲੀ ਦੱਸਣੀ। ਤੇ ਫੌਜ 'ਚ ਕੌਣ ਆ? ਫੌਜ ਦੇ ਵਿੱਚ ਵੀ ਮਜ਼ਦੂਰ ਕਿਸਾਨ ਦਾ ਪੁੱਤ ਆ। ਕਿਸਾਨ ਸੜਕਾਂ ਤੇ ਰੁਲਦਾ ਔਰ ਪੁੱਤ ਸਰਹੱਦ ਤੇ ਸ਼ਹੀਦ ਹੋ ਰਿਹਾ। ਪੁਲਵਾਮਾ ਹਮਲਾ ਇਸ ਦੀ ਉਦਾਹਰਨ ਆ ਕਿ ਜਿਸ ਦੀ ਕੋਈ ਵੀ ਇਨਵੈਸਟੀਗੇਸ਼ਨ ਨਹੀਂ ਹੋ ਸਕੀ, ਜਿਹਦੇ ਵਿੱਚ ਕਿੰਨੇ ਫੌਜੀ ਮਾਰੇ ਗਏ ਨੇ, ਕੋਈ ਵੀ ਇਨਵੈਸਟੀਗੇਸ਼ਨ ਨਹੀਂ ਹੋਈ ਵੀ ਕਿਸ ਨੇ ਕਰਵਾਇਆ, ਕਿਵੇਂ ਹੋਇਆ। ਇਸ ਕਰਕੇ ਸਾਨੂੰ ਸਾਥੀਓ ਸਰਕਾਰ ਦੀਆਂ ਸਾਰੀਆਂ ਚਾਲਾਂ ਨੂੰ ਜਿਹੜਾ ਸਮਝਣਾ ਚਾਹੀਦਾ। ਅਗਲੀ ਗੱਲ ਜਿਹੜੀ ਅਸੀਂ ਜਦੋਂ ਪੰਜਾਬ ਦੇ ਵਿੱਚ ਹੁਣ ਅੰਦੋਲਨ ਕਿਸ ਰੂਪ 'ਚ ਇਹ ਵੀ ਜ਼ਰੂਰ ਸਮਝੀਏ, ਜਿਹੜੀ ਸਰਕਾਰ ਕੈਪਟਨ ਦੀ ਇੱਥੇ ਪੰਜਾਬ ਦੇ ਵਿੱਚ ਆ, ਇਹ ਉਹੀ ਸਰਕਾਰ ਆ ਜਿਹਨੇ ਗੁਟਕਾ ਸਾਹਿਬ ਤੇ ਸਹੁੰ ਖਾ ਕੇ ਕਿਹਾ ਕਿ ਅਸੀਂ ਕਿਸਾਨੀ ਦਾ ਕਰਜ਼ਾ ਮਾਫ ਕਰਾਂਗੇ, ਅਸੀਂ ਲੜਕੀਆਂ ਦੀ PhD ਤੱਕ ਦੀ ਜਿਹੜੀ ਆ ਫ੍ਰੀ ਐਜੂਕੇਸ਼ਨ ਦੇਵਾਂਗੇ, ਅਸੀਂ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਾਂਗੇ। ਕੀ ਹੋ ਗਿਆ? ਨਹੀਂ ਹੋਇਆ। ਇਸ ਕਰਕੇ ਸਾਨੂੰ ਇਸ ਦੀ ਚਾਲ ਨੂੰ ਵੀ ਜਿਹੜਾ ਸਮਝਣਾ ਚਾਹੀਦਾ। ਦੂਜੀ ਜਿਹੜੀ ਅਸੀਂ ਕਹਿੰਦੇ ਕਿ ਪੰਥਕ ਦੀ ਰਖਵਾਲੀ ਆ, ਅਕਾਲੀ ਦਲ ਦੀ ਜਿਹੜੀ ਸਰਕਾਰ ਆ, ਇਹ ਸਾਰੇ ਅਕਾਲੀ, ਕਾਂਗਰਸ, ਆਪ ਸੰਸਦੀ ਕਮੇਟੀ ਜਿਹੜੀ ਬਣੀ ਆ ਇਸ ਕਾਨੂੰਨਾਂ ਦੇ ਹੱਕ 'ਚ ਭੁਗਤ ਕੇ ਆਏ। ਇਸ ਕਰਕੇ ਸਾਨੂੰ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ। ਇਕੱਲੀ ਮੋਦੀ ਨਹੀਂ, ਇਹ ਪੰਜਾਬ ਦੇ ਵਿੱਚ ਜਿਹੜੇ ਅਸੀਂ ਬੁੱਕਲ 'ਚ ਸੱਪ ਪਾਲੇ ਹੋਏ ਨੇ, ਇਹਦੇ ਖਿਲਾਫ ਵੀ ਸਾਨੂੰ ਜਿਹੜੀ ਡਟਵੀਂ ਆਵਾਜ਼ ਉਠਾਉਣੀ ਚਾਹੀਦੀ ਹੈ। ਮੋਦੀ ਨੂੰ ਇਹ ਭੁਲੇਖਾ ਸੀ ਕਿ ਅੰਦੋਲਨ ਪੰਜਾਬ ਦਾ ਇਹ ਪੰਜਾਬ ਤੱਕ ਹੀ ਰਹਿ ਕੇ ਸਮਾਪਤ ਹੋ ਜਾਏਗਾ, ਪਰ ਉਹ ਸਾਡੇ ਇਤਿਹਾਸ ਨੂੰ ਸ਼ਾਇਦ ਨਹੀਂ ਪੜ੍ਹਿਆ। ਉਸ ਦਾ ਇਤਿਹਾਸ ਦੇ ਪੱਖੋਂ ਜਿਹੜਾ ਹੱਥ ਬਹੁਤ ਤੰਗ ਆ, ਪੁੱਠੀਆਂ ਸਿੱਧੀਆਂ ਮਾਰ ਲੈਂਦਾ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਬੋਲ ਦਿੱਤਾ।
ਸ਼ਾਇਦ ਉਹ ਜਾਣਦਾ ਨਹੀਂ ਸੀ, ਉਹਨੂੰ ਲੱਗਾ ਕਿ ਸਿੰਘੂ ਟਿਕਰੀ ਦੇ ਆਲੇ ਦੁਆਲੇ ਅਸੀਂ ਜਿਹੜੀਆਂ ਕੰਧਾਂ ਕਰਕੇ ਜਿਹੜਾ ਇਸ ਅੰਦੋਲਨ ਨੂੰ ਦਬਾ ਲਵਾਂਗੇ। ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਕੰਧਾਂ ਦੇ ਵਿੱਚ ਪੁੱਤ ਚਣਵਾਏ ਨੇ ਸਾਡੇ ਗੁਰੂ ਗੋਬਿੰਦ ਸਿੰਘ ਨੇ, ਸੀ ਤੱਕ ਨਹੀਂ ਕੀਤੀ। ਇਹੋ ਜਿਹਾ ਇਤਿਹਾਸ ਹੈ ਸਾਡਾ। ਉਹਨੂੰ ਲੱਗਾ ਕਿ ਠੰਡ ਆ, ਇਹਨਾਂ ਨੂੰ ਠੰਡ 'ਚ ਮਾਰਾਂਗੇ, ਵਾਪਸ ਮੁੜ ਜਾਣਗੇ। ਸ਼ਾਇਦ ਉਹ ਮਾਤਾ ਗੁਜਰੀ ਦੀ ਉਸ ਸਮੇਂ ਨੂੰ ਭੁੱਲ ਗਿਆ ਜਦੋਂ ਉਹਨੇ ਠੰਡੇ ਬੁਰਜ ਦੇ ਵਿੱਚ ਜਿਹੜੇ ਦਿਨ ਗੁਜ਼ਾਰੇ। ਇਸ ਕਰਕੇ ਸਾਥੀਓ, ਜੋ ਸਾਡਾ ਇਤਿਹਾਸ ਆ ਸਾਨੂੰ ਇਹ ਗਵਾਹੀ ਦੇ ਰਿਹਾ ਕਿ ਮੁਗਲ ਆਏ, ਪੰਜਾਬੀ ਹਿੱਕ ਡਾ ਕੇ ਖੜੇ ਹੋਏ, ਅੰਗਰੇਜ਼ ਆਏ, ਭਗਤ ਸਿੰਘ ਹੁਣੀ ਹਿੱਕ ਡਾ ਕੇ ਖੜੇ ਹੋਏ। ਹੁਣ ਤਾਨਾਸ਼ਾਹ ਮੋਦੀ ਆਇਆ, ਇਹਦੇ ਅੱਗੇ ਵੀ ਜਿਹੜੀ 56 ਇੰਚ ਸੀ ਅੱਜ 10 ਇੰਚ ਦੀ ਰਹਿ ਗਈ ਆ। ਪੰਜਾਬ 56 ਇਹ ਤੁਸੀਂ ਕਿੱਥੋਂ ਉਹਦੇ ਨਾਲ ਕਰ ਜਾਓਗੇ ਕਿ ਕਰੋਨਾ ਦੇ ਨਾਮ ਤੇ ਖੜਾਇਆ ਜਾ ਰਿਹਾ ਲੋਕਾਂ ਨੂੰ, ਰਾ ਕੇ ਅੰਦਰ ਵਾੜਿਆ ਤੇ ਆਪਣੇ ਕਾਲੇ ਨੂੰ ਲਾਗੂ ਕੀਤੇ ਆ। ਕੋਈ ਗੱਲ ਨਹੀਂ, ਲੰਮਾ ਸਮਾਂ ਚੱਲੂਗਾ। ਆਜ਼ਾਦੀ ਵੀ ਕਹਿੰਦੀ ਉਹ ਗੱਲਾਂ ਕਰਦੇ ਸੀ, ਉਹ ਅੰਗਰੇਜ਼ਾਂ ਦਾ ਕਸਤੀ ਹੋਣਾ, ਇਹ ਤਾਂ ਸਾਰੀ ਦੁਨੀਆ ਦੇ ਰਾਜ ਕਰਦੇ ਆ। ਬਾਕੀ ਵੀ ਉਹ ਬੰਦੇ ਗੱਲਾਂ ਕਰਦੇ ਆ ਕਿਉਂਕਿ ਚੰਗੇ ਮਾੜੇ ਬੰਦੇ ਸੋਚਦੇ ਚੱਲਦੇ ਆ। ਅੱਜ ਵੀ ਉਹ ਕਹਿੰਦੇ ਮੋਦੀ ਬਣਾ ਹੋਇਆ, ਇਹਨੇ ਮੰਨਣਾ ਨਹੀਂ, ਪਰ ਉਹਨੂੰ ਪਤਾ ਨਹੀਂ ਜਿਹੜੇ ਪਾਰਟੀ ਕਰਕੇ ਬਾਬਰ ਨੂੰ ਰੱਖੇ ਉਹ ਲਗਾਇਆ, ਪਾਰਟੀ ਨੇ ਮਜਬੂਰ ਕੀਤਾ। ਉਹਦੇ ਪਾਰਟੀ ਰੱਖੀ ਹੈ ਉਸ ਪਾਰਟੀ ਨੂੰ ਵੀ ਤੇ ਪਾਰਟੀ ਨੂੰ ਦੱਸਾਂਗੇ ਉਸ ਮੋਰਚੇ ਤੇ ਕੀ ਕਰਾਏ। ਅਸੀਂ ਚੰਗੀ ਤਰ੍ਹਾਂ ਬਣਾ ਰਹੇ ਹਾਂ ਤੇ ਨਾਲ ਸੇਵਾ ਉਹ ਜਨਤਾ ਕੇ ਦਵਾ ਕੇ ਤੇ ਕਿਹੜੇ ਮਕਾਨ ਦੀ ਅਸੀਂ ਤਾਂ ਬੈਠੇ ਨਹੀਂ ਦੇ ਤਖਤੇ ਜਾ ਕੇ ਬੋਲੇ। ਅੱਜ ਤਾਂ ਉਹ ਗੱਲ ਹੋਈ ਹੈ ਕਿ ਲੀਡਰ ਜਿਹੜਾ ਦਿੱਲੀ ਤੋਂ ਨਿਕਲਦਾ ਉਹ ਪੁੱਛਦਾ ਹੈ ਦੇਖੋ ਛੋਟਾ ਮੋਟਾ ਕਰਦਾ ਹੈਗਾ ਮੈਨੂੰ ਕੁੱਟਣਗੇ ਤਾਂ ਬੋਲਦੇ ਨੇ। ਕੋਈ